ਰੰਧਾਵਾ ਸਾਹਿਬ ਨੇ ਕਾਰ ਦੇ ਵਿੱਚ ਜੋ ਐਪੀਸੋਡ ਹੋਇਆ, ਤੁਹਾਨੂੰ ਨਹੀਂ ਲੱਗਦਾ ਨਹੀਂ ਹੋਣਾ ਚਾਹੀਦਾ ਸੀ? ਕੁਐਸਚਨ ਸਰਕਾਰ ਨੂੰ ਹੋਣਾ ਚਾਹੀਦਾ ਸੀਗਾ, ਰਾਦਰ ਅੱਜ ਪੱਤਰਕਾਰਾਂ ਦੇ ਉੱਤੇ ਜਾਂ ਮੀਡੀਆ ਦੇ ਉੱਤੇ ਹੀ ਤੁਸੀਂ। ਪ੍ਰਤਾਪ ਸਿੰਘ ਬਾਜਵਾ ਸਾਹਿਬ ਦੀਆਂ ਵੀ ਇੰਟਰਵਿਊਜ਼ ਚੱਲਦੀਆਂ, ਰਾਜਾ ਵੜਿੰਗ ਸਾਹਿਬ ਦੀਆਂ ਵੀ ਚੱਲਦੀਆਂ, ਨਵਜੋਤ ਸਿੱਧੂ ਸਾਹਿਬ ਨੂੰ ਵੀ ਕਵਰ ਕੀਤਾ ਜਾਂਦਾ ਹੈ, ਸੁਖਪਾਲ ਖਹਿਰਾ ਨੂੰ ਹੀ ਕਿਉਂ ਕਵਰ ਨਹੀਂ ਕੀਤਾ ਜਾਂਦਾ? ਆ ਚੰਡੀਗੜ੍ਹ ਵਾਲੀ ਕੋਠੀ ਵੀ ਕਹਿੰਦੇ ਦੱਬੀ ਹੋਈ ਹੈ ਖਹਿਰਾ ਸਾਹਿਬ ਨੇ। ਸਰਬਜੀਤ ਕੌਰ ਮਾਣੂਕੇ ਨੇ ਕਿਹਾ ਕਿ ਘਰ ਦੇ ਵਿੱਚੋਂ ਗਲੀ ਨਿਕਲਦੀ ਸੀਗੀ, ਉਹਦੇ ਘਰ ਬਣਾ ਲਿਆ ਗਲੀ ਦੇ। ਨਸ਼ਿਆਂ ਦੇ ਵਪਾਰੀ ਨਾਲ ਕਿਸੇ ਨਾਲ ਕਹਿੰਦੇ ਸਬੰਧ ਉਦੋਂ ਕਹਿੰਦੇ ਜਗਰਾਉਂ ਦਾ ਹੀ ਬੰਦਾ ਹੈ, ਤਾਂ ਹੀ NDPS ਦਾ ਉਹ ਪਰਚਾ ਹੋਇਆ ਸੀਗਾ ਖਹਿਰਾ ਸਾਹਿਬ ਦੇ। ਖਹਿਰਾ ਸਾਹਿਬ ਕਿਤੇ ਅੰਦਰੋਂ ਗਰਜ ਜਿਹਾ ਤਾਂ ਨਹੀਂ ਆਉਂਦਾ ਵੀ ਅੱਜ ਨਾਲ ਹੁੰਦੇ, ਕਿਤੇ ਚੁੱਪਚਾਪ ਬੈਠੇ ਰਹਿੰਦੇ, ਸ਼ਾਇਦ CM ਨਹੀਂ ਤਾਂ ਡਿਪਟੀ CM ਹੁੰਦੇ। ਸਾਨੂੰ ਆਫ ਦਾ ਰਿਕਾਰਡ ਉਹਨਾਂ ਦੇ MLAs ਕਹਿੰਦੇ ਖਹਿਰਾ ਸਾਹਿਬ ਦੀ ਫਰਸਟ੍ਰੇਸ਼ਨ ਹੈ ਇਹ। ਖਹਿਰਾ ਸਾਹਿਬ ਬੈਠੇ ਫਰਸਟ੍ਰੇਟ ਹੋਈ ਜਾਂਦੇ ਰਹਿੰਦੇ, ਸਾਰਾ ਦਿਨ ਟਵੀਟ ਕਰੀ ਜਾਂਦੇ ਆ। ਕੱਲ੍ਹ ਦੀਆਂ ਖਬਰਾਂ ਚੱਲ ਰਹੀਆਂ ਨੇ ਕਿ ਅਕਾਲੀ ਦਲ ਭਾਜਪਾ ਦਾ ਸਮਝੌਤਾ ਤਕਰੀਬਨ ਤੈਅ। ਅੱਛਾ, ਤੁਹਾਨੂੰ ਕੀ ਗਾਰੰਟੀ ਹੈ? ਅੱਜ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਨਹੀਂ ਕਰਾਂਗੇ ਤੇ 3 ਮਹੀਨਿਆਂ ਬਾਅਦ ਅਲਾਇੰਸ ਨਹੀਂ ਹੋਏਗਾ। ਸੁਣਿਆ ਸੀ ਅਕਾਲੀ ਦਲ 3 ਸੀਟਾਂ 'ਤੇ ਆ ਜਾਊਗਾ, ਸਭ ਤੋਂ ਪਾਵਰਫੁਲ ਪਾਰਟੀ। ਅੱਜ ਉਹ 3 ਸੀਟਾਂ 'ਤੇ ਆਏ ਨੇ, ਮਤਲਬ ਇੱਕ ਛੋਟੀ ਜਿਹੀ ਗੱਡੀ 'ਚ ਬੈਠ ਕੇ 3 ਜਾਣੇ MLA ਆ ਜਾ ਸਕਦੇ ਨੇ। ਜਿੱਦਣ ਇਹਨਾਂ ਨੇ BJP ਨਾਲ ਸਮਝੌਤਾ ਕੀਤਾ, ਉਦਣ ਸਿੱਖਾਂ ਤੇ ਕਿਸਾਨਾਂ ਦੀ ਵੋਟ ਇਹਨਾਂ ਦੀ ਹੋਰ ਡ੍ਰੌਪ ਹੋਵੇ। ਅਕਾਲੀ ਦਲ ਨੇ ਬਹੁਤ ਵੱਡਾ ਬਲੰਡਰ ਕੀਤਾ ਜਿੱਦਣ ਇਹਨਾਂ ਨੇ ਜੰਮੂ ਕਸ਼ਮੀਰ ਦੇ 3 ਟੋਟੇ ਹੋਏ, ਇਹਨਾਂ ਨੇ ਸਪੋਰਟ ਕੀਤੀ। ਇਹ ਉਹਨਾਂ ਦਾ ਵੱਡਾ ਮੇਜਰ ਬਲੰਡਰ ਸੀ। ਜੇ ਇਹ ਸਮਝਦੇ ਨੇ ਕਿ ਸ਼ਾਇਦ ਲੋਕਾਂ ਦੀਆਂ ਅੱਖਾਂ ਬੰਦ ਨੇ, ਉਹ ਗਲਤ ਹੈ। ਕਾਂਗਰਸ ਪਾਰਟੀ ਮੀਡੀਆ ਦੇ ਨਾਲ ਨਾਰਾਜ਼ ਹੈ, ਸਾਰੇ ਨਾਲ ਨਹੀਂ, ਕੁਝ ਮੀਡੀਆ ਅਦਾਰਿਆਂ ਦੇ ਨਾਲ ਕਾਂਗਰਸ ਪਾਰਟੀ ਦੀ ਨਾਰਾਜ਼ਗੀ ਹੈ। ਸੁਖਪਾਲ ਸਿੰਘ ਖਹਿਰਾ ਦੋਸ਼ ਲਾਉਂਦੇ ਹੈ ਕਿ ਮੀਡੀਆ ਹੁਣ ਉਹਨਾਂ ਨੂੰ ਦਿਖਾਉਂਦਾ ਨਹੀਂ, ਆਮ ਆਦਮੀ ਪਾਰਟੀ ਦੇ ਕਹਿਣ 'ਤੇ, ਕਿ ਉਹਨਾਂ ਨੂੰ ਬਲੈਕਲਿਸਟ ਕੀਤਾ ਹੋਇਆ ਹੈ। ਅੱਜ ਸਾਡੇ ਨਾਲ ਸਾਡੇ ਸਟੂਡੀਓ 'ਚ ਮੌਜੂਦ ਨੇ, ਬਹੁਤ ਸਵਾਗਤ ਹੈ। ਥੈਂਕ ਯੂ ਸੋ ਮਚ। ਖਹਿਰਾ ਸਾਹਿਬ, ਮੀਡੀਆ ਨਾਲ ਨਾਰਾਜ਼ਗੀ ਕਿਉਂ ਹੈ? ਮੈਂ ਤਾਂ ਪਿਛਲੇ 25 ਸਾਲ ਤੋਂ ਪੋਲੀਟਿਕਸ 'ਚ ਹਾਂ, ਕਦੀ ਮੈਂ ਨਾਰਾਜ਼ਗੀ ਸ਼ੋਅ ਕੀਤੀ ਹੈ। ਕਈ ਸਰਕਾਰਾਂ ਆਈਆਂ, ਅਕਾਲੀ ਦਲ ਦੀ ਸਰਕਾਰ ਰਹੀ, ਕੈਪਟਨ ਸਾਹਿਬ ਦੀ ਸਰਕਾਰਾਂ ਰਹੀਆਂ, ਮੈਂ ਕਦੀ ਨਾਰਾਜ਼ਗੀ ਨਹੀਂ ਸ਼ੋਅ ਕੀਤੀ। ਲੇਕਿਨ ਇਸ ਸਰਕਾਰ ਨੇ ਜਿੱਦਾਂ ਕਹਿੰਦੇ ਰਿਕਾਰਡ ਤੋੜਿਆ ਵਾ, ਟੂ ਹਾਈਜੈਕ ਮੀਡੀਆ, ਟੂ ਗੈਗ ਦੀ ਵੌਇਸ ਆਫ ਦੀ ਓਪੋਜੀਸ਼ਨ। ਇਸ ਕਰਕੇ ਇਹਨੂੰ ਪਬਲਿਕ ਡੋਮੇਨ 'ਚ ਲਿਆਉਣਾ ਬਹੁਤ ਜ਼ਰੂਰੀ ਸੀਗਾ, ਤਾਂ ਕਿ ਸਭ ਨੂੰ ਪਤਾ ਲੱਗ ਸਕੇ ਕਿ ਅਸਲ ਮੀਡੀਆ ਦਾ ਸੱਚ ਕੀ ਆ। ਔਰ ਸੱਚ ਇਹ ਆ ਕਿ 3 ਲੱਖ ਕਰੋੜ ਦੀ ਕਰਜ਼ਈ ਸਰਕਾਰ ਜਿਹੜੀ ਤਰਸ ਰਹੀ ਆ ਪੈਸਿਆਂ ਨੂੰ, 40,000 ਕਰੋੜ ਦਾ ਇਸੇ ਵਰੇ ਪਹਿਲੇ ਸਾਲ 'ਚ ਆਮ ਆਦਮੀ ਪਾਰਟੀ ਨੇ ਕਰਜ਼ੇ 'ਚ ਇਜ਼ਾਫਾ ਕੀਤਾ, ਤੇ ਇਸ ਤਰ੍ਹਾਂ ਦੀ ਸਰਕਾਰ ਨੇ 750 ਕਰੋੜ ਰੁਪਇਆ ਕੇਵਲ ਪਬਲਿਸਿਟੀ, ਐਡਵਰਟਾਈਜ਼ਮੈਂਟ ਤੇ ਮੀਡੀਆ ਨੂੰ ਕੰਟਰੋਲ ਕਰਨ ਲਈ ਪੈਸੇ ਰੱਖੇ। ਮੀਡੀਆ ਕੰਟਰੋਲ ਇਜ਼ ਵਨ ਥਿੰਗ, ਲੇਕਿਨ ਜਿਹੜਾ ਸਾਡਾ ਪੈਸਾ ਸਾਰੇ ਦੇਸ਼ ਵਿੱਚ ਬਰਬਾਦ ਕੀਤਾ ਜਾ ਰਿਹਾ, ਕੋਈ ਏਅਰਪੋਰਟ ਨਹੀਂ ਛੱਡਿਆ ਦੇਸ਼ ਦਾ, ਸਾਰੀਆਂ ਅਖਬਾਰਾਂ, ਸਾਰੇ ਪਹਿਲਾਂ ਵੀ ਜਾ ਹੀ ਰਿਹਾ ਸੀ, ਕੈਪਟਨ ਸਾਹਿਬ ਵੇਲੇ ਵੀ ਇਹ ਪੈਸਾ ਬਾਹਰ। ਸ਼ਾਇਦ ਇਸ ਪੈਮਾਨੇ ਤੇ ਪਬਲਿਸਿਟੀ ਤੇ ਪੈਸਾ ਕਿਸੇ ਨੇ ਨਹੀਂ ਖਰਚਾ। ਨੰਬਰ 1, ਯੋਗਾ ਕਰਨੀ ਹੁੰਦੀ ਭਗਵੰਤ ਮਾਨ ਨੇ ਜਲੰਧਰ 'ਚ, ਤੇ ਪੋਸਟਰ ਸਾਰੇ ਇੱਕ ਦਿਨ ਦੇ ਈਵੈਂਟ ਤੇ ਸਾਰੇ ਪੰਜਾਬ ਦੇ ਵਿੱਚ ਵੱਡੇ ਵੱਡੇ ਫਲੈਕਸ ਬੋਰਡਸ ਲੱਗਦੇ ਨੇ। ਚੰਡੀਗੜ੍ਹ ਸ਼ਹਿਰ ਵਿੱਚ ਇਲੈਕਟ੍ਰੋਨਿਕ ਬੋਰਡ ਸ਼ਾਇਦ ਲੱਖ ਰੁਪਇਆ ਉਹਦਾ ਕਿਰਾਇਆ ਹੋਊਗਾ, ਰਾਤ ਨੂੰ ਵੀ ਜਗਦੇ ਨੇ। ਸੋ ਸਰਕਾਰਾਂ ਕਰਦੀਆਂ ਨੇ ਆਪਣਾ ਪਬਲਿਸਿਟੀ, ਦੇयर इज नो ਹਾਰਮ ਇਨ ਇਟ। ਲੇਕਿਨ ਪਹਿਲਾਂ ਆਪਣੇ ਘਰ ਦੀ ਹਾਲਤ ਦੇਖ ਲਈ ਆਪਾਂ, ਫਿਰ ਉਸ ਹਿਸਾਬ ਨਾਲ ਪੈਸਾ ਇਹ ਤਾਂ ਹੋ ਗਈ ਪੈਸਾ ਬਰਬਾਦ ਕਰਨ ਦੀ ਗੱਲ। ਹੁਣ ਆ ਜਾਓ ਤੁਸੀਂ ਮੀਡੀਆ ਦਾ, ਇਹਨਾਂ ਨੇ ਜਿਹੜਾ ਜਿੰਨਾ ਵੀ ਪੰਜਾਬ ਦਾ ਮੀਡੀਆ ਸੀਗਾ ਉਹਨੂੰ ਇੰਨਾ ਕੁ ਜ਼ਿਆਦਾ ਲਾਲਚ ਦਿੱਤਾ ਕਿ ਉਹਨਾਂ ਦੀਆਂ ਲਿਟਰਲੀ ਪ੍ਰਿੰਟ ਤੇ ਜਿਹੜਾ ਇਲੈਕਟ੍ਰੋਨਿਕ ਉਹ ਖਬਰਾਂ ਸਮਝ ਲਓ ਤੁਸੀਂ ਕਿ ਡਾਇਰੈਕਟਰ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਭਗਵੰਤ ਮਾਨ ਦਾ ਬਣਾ ਕੇ ਭੇਜ ਰਿਹਾ, ਉਹ ਸਿਰਫ ਛਾਪ ਰਹੇ ਨੇ। ਅੱਛਾ, ਇਹ ਵੀ ਟੋਲਰੇਟ ਹੋ ਸਕਦਾ ਸੀ, ਜਿੰਨਾ ਮੀਡੀਆ ਚੱਲਦਾ ਰਿਹਾ। ਲੈਟ ਮੀ ਕੰਪਲੀਟ। ਇਹ ਵੀ ਟੋਲਰੇਟ ਹੋ ਸਕਦਾ ਸੀ, ਲੇਕਿਨ ਇਹ ਕਹਿਣਾ ਕਿ ਓਪੋਜੀਸ਼ਨ ਦੀ ਕੋਈ ਗੱਲ ਹੀ ਨਾ ਆਵੇ। ਉੱਦਾਂ ਅਸੀਂ ਕਹਿੰਦੇ ਕਿ ਜੀ ਇਹ 4th ਪਿਲਰ ਹੈ ਡੈਮੋਕ੍ਰੇਸੀ ਦਾ, ਤੇ ਅਰਵਿੰਦ ਕੇਜਰੀਵਾਲ ਤਾਂ ਆਪ ਕਹਿੰਦਾ ਮੈਂ ਅੰਦੋਲਨ 'ਚੋਂ ਨਿਕਲਿਆ ਵਾਂ। ਉਹ ਆਪ ਕਹਿੰਦੇ, ਉਹ ਆਪ RTI ਐਕਟਿਵਿਸਟ ਰਹੇ ਨੇ, ਉਹ ਸਾਰੇ ਧਰਨੇ ਮੁਜ਼ਾਹਰੇ ਲਾਉਂਦੇ ਰਹੇ ਨੇ। ਔਰ ਉਹਨਾਂ ਦੀ ਹੋਂਦ ਕਿਹਨੇ ਬਣਾਈ ਸੀਗੀ ਇਸ ਦੇਸ਼ ਵਿੱਚ? ਦਿੱਲੀ ਬੈਠੇ ਇਲੈਕਟ੍ਰੋਨਿਕ ਮੀਡੀਆ ਨੇ ਉਹਨਾਂ ਦੀ ਹੋਂਦ ਪੈਦਾ ਕੀਤੀ ਇਸ ਦੇਸ਼ ਦੇ ਵਿੱਚ। ਸੋ ਇਸ ਦਾ ਵਿਰੋਧ ਕੀਤਾ। ਸਾਡੀ ਕੋਈ ਲੜਾਈ ਕਿਸੇ ਐਂਕਰ ਨਾਲ ਨਹੀਂ ਗਈ, ਉਹ ਗੱਲ ਬਣ ਗਈ ਇੱਕ ਬੰਦਾ, ਉਹ ਇੱਕ ਆਦਮੀ। 2 ਵਾਰ ਹੋ ਗਿਆ ਨਾ, ਪਹਿਲਾਂ ਤੁਹਾਡੇ ਨਾਲ ਹੋਇਆ, ਫਿਰ ਉਸ ਤੋਂ ਬਾਅਦ ਰੰਧਾਵਾ ਸਾਹਿਬ ਨੇ ਜਿਸ ਤਰ੍ਹਾਂ ਕੀਤਾ, ਠੀਕ ਸੀ ਉਹ ਨਹੀਂ, ਉਹ ਆਈਲ ਟੈਲ ਯੂ ਵਨ ਥਿੰਗ, ਉਹ ਮੇਰੇ ਨਾਲ ਤਾਂ ਜੋ ਵਾਪਰਿਆ ਨਾ ਜੀ, ਬਿਲਕੁਲ ਤੁਸੀਂ ਦੇਖਣਾ ਕਿ ਆਰਗੈਨਿਕ ਗੱਲ ਸੀ। ਮੈਂ ਤਾਂ ਆਪਣੀ ਗੱਲ ਵਿਧਾਨ ਸਭਾ ਦੇ ਜਿਹੜਾ ਬਾਹਰਲੇ ਪਾਸੇ ਉਹਦਾ ਏਰੀਆ ਹੈਗਾ ਖੁੱਲ੍ਹਾ ਐਂਟਰੀ ਤੇ, ਮੈਂ ਤਾਂ
ਜਿਹੜੀ ਜਗਰਾਉਂ ਦੀ ਕੋਠੀ ਵਾਲੀ ਫੈਮਿਲੀ ਲੈ ਕੇ ਗਿਆ ਸੀਗਾ, ਉਹ ਆਪਣੀ ਗੱਲ ਕਹਿਣ ਵਾਸਤੇ ਉਹ ਸਾਡੇ ਨਾਲ ਗਏ ਸੀਗੇ। ਜਦ ਤੱਕ ਪ੍ਰਤਾਪ ਸਿੰਘ ਬਾਜਵਾ ਗੱਲ ਕਰ ਰਹੇ ਸੀ ਜਾਂ ਹੋਰ ਲੀਡਰਸ ਗੱਲ ਕਰ ਰਹੇ ਸੀ, ਸਾਰਾ ਕੁਝ ਲਾਈਵ ਚੱਲ ਰਿਹਾ ਸੀਗਾ। ਦ ਮੋਮੈਂਟ ਆਈ ਕੇਮ ਇਨ, ਉਸੇ ਵੇਲੇ ਉਹਨਾਂ ਨੇ ਆਪਣੇ ਲਾਈਵ ਦੇ ਸਾਰੇ ਫਰੇਮ ਸੀ ਉਹ ਕੱਟ ਮਾਰ ਦਿੱਤੇ। ਮੈਨੂੰ ਤਾਂ ਪਤਾ ਸੀਗਾ, ਤਾਂ ਮੈਂ ਇਹਦੇ ਬਾਵਜੂਦ ਵੀ ਦੂਸਰਾ ਮੀਡੀਆ ਬਹੁਤ ਪੰਜਾਬ ਦਾ, ਤੁਹਾਡੇ ਵਰਗੇ ਹੋਰ ਬੜੇ ਅੱਛੇ ਚੈਨਲ ਨੇ, ਆਰਗੈਨਿਕ ਨੇ, ਜਿਹੜੇ ਪੰਜਾਬ ਦੇ ਹਿਤੈਸ਼ੀ ਨੇ, ਉਹ ਆਪਣੀ ਗੱਲ ਸਾਡੀ ਸੁਣ ਰਹੇ ਸੀਗੇ। ਇਹ ਵੀ ਪਿੱਛੋਂ 2-3 ਆਦਮੀ ਸ਼ਰਾਰਤੀ ਸੀਗੇ, ਡਿਸਟਰਬ ਕਰਨ ਲੱਗੇ, ਜੀ ਜਲਦੀ ਕਰੋ, ਅਸੀਂ ਜਾਣਾ। ਮੈਂ ਪਿੱਛੇ ਸਿਰਫ ਉਂਗਲ ਕਰਕੇ ਕਿਹਾ, ਮੈਂ ਕਿਹਾ ਤੁਸੀਂ ਤਾਂ ਮੈਨੂੰ ਦਿਖਾਉਂਦੇ ਹੀ ਨਹੀਂਗੇ, ਤੁਸੀਂ ਕਿਉਂ ਇਤਰਾਜ਼ ਕਰ ਰਹੇ ਹੋ? ਜੇ ਤੁਹਾਨੂੰ ਜ਼ਿਆਦਾ ਤਕਲੀਫ ਹੈ ਤਾਂ ਆਪਣਾ ਮਾਈਕ ਚੱਕ ਲਓ। ਪਰ ਇਹ ਤੁਹਾਨੂੰ ਨਹੀਂ ਲੱਗਦਾ ਇਹ ਮਾਹੌਲ ਇਹ ਬਣਿਆ ਕਿ ਵਿਕਟਿਮ ਜਿਹੜਾ ਮੀਡੀਆ ਹੋ ਰਿਹਾ, ਜੇ ਸਰਕਾਰ ਮੀਡੀਆ ਨੂੰ ਸਪਰੈਸ ਕਰ ਰਹੀ ਹੈ, ਕੁਐਸਚਨ ਸਰਕਾਰ ਨੂੰ ਹੋਣਾ ਚਾਹੀਦਾ ਸੀਗਾ, ਰਾਦਰ ਅੱਜ ਪੱਤਰਕਾਰਾਂ ਦੇ ਉੱਤੇ ਜਾਂ ਮੀਡੀਆ ਦੇ ਉੱਤੇ ਹੀ ਤੁਸੀਂ? ਨਹੀਂ, ਸਰਕਾਰ ਤੇ ਤਾਂ ਅਸੀਂ ਹਮਲਾ ਕਰ ਹੀ ਰਹੇ ਹਾਂ ਆਲਰੇਡੀ। ਰੋਜ਼ਮर्रा ਦੀ ਸਾਡਾ ਸਵਾਲ ਹੈ ਉਹਨਾਂ ਨੂੰ ਕਿ ਤੁਸੀਂ ਇੰਨਾ ਪੈਸਾ ਖੱਜਲ ਖੁਆਰੀ ਕਰ ਰਹੇ ਹੋ, ਤੁਸੀਂ ਜਿਹੜਾ ਮੀਡੀਆ ਇਹਨਾਂ ਦੇ ਆਖੇ ਨਹੀਂ ਲੱਗਦਾ ਉਹਨੂੰ ਫਿਰ ਆਮ ਟਵਿਸਟ ਕਰਦੇ ਨੇ, ਉੱਤੇ ਪਰਚੇ ਦਰਜ ਕਰਦੇ ਨੇ। ਅਜੀਤ ਇਜ਼ ਵੈਰੀ ਸੂਟੇਬਲ ਐਗਜ਼ਾਮਪਲ। ਜਦ ਤੱਕ ਅਜੀਤ ਜੇ ਉਹਨਾਂ ਦੇ ਹੱਕ ਵਿੱਚ ਲਿਖਦਾ ਸੀ ਤਾਂ ਠੀਕ ਸੀਗਾ, ਜਦੋਂ ਉਹਨਾਂ ਨੇ ਮਨਾ ਕਰ ਦਿੱਤਾ ਜਾਂ ਨਹੀਂ ਲਿਖਿਆ, ਉਹਨਾਂ ਦੀਆਂ ਐਡਸ ਤਾਂ ਨਵੰਬਰ 'ਚ ਬੰਦ ਕਰਤੀਆਂ ਤਾਂ 2022 ਦੇ ਵਿੱਚ। ਆਹ ਜਿਹੜਾ ਵਿਜੀਲੈਂਸ ਵਗੈਰਾ, ਦਿਸ ਇਜ਼ ਐਨ ਆਫਟਰ ਥਾਟ। ਇਹ ਤਾਂ ਜਦੋਂ ਅਜੀਤ ਨੇ ਉਹਨਾਂ ਦੀ ਲਾਈਨ ਟੋ ਕਰਨ ਤੋਂ ਮਨਾ ਕਰ ਦਿੱਤਾ, ਫਿਰ ਇਹਨਾਂ ਨੇ ਸੋਚਿਆ ਕਿ ਹੁਣ ਆਪਾਂ ਕਿੱਦਾਂ ਲੱਭੀਏ, ਕੋਈ ਹਥਿਆਰ ਲੱਭੀਏ। ਇਹ ਸਾਰੇ ਇਹਨਾਂ ਦੇ ਹਥਿਆਰ ਨੇ। ਵਿਜੀਲੈਂਸ, ਪੰਜਾਬ ਪੁਲਿਸ ਆਪਣੇ ਵਿਰੋਧੀਆਂ ਨੂੰ ਵੀ ਡਰਾਉਂਦੇ ਨੇ, ਮੀਡੀਆ ਨੂੰ ਵੀ ਡਰਾਉਂਦੇ ਨੇ। ਬਹੁਤ ਸਾਰੇ ਚੈਨਲਸ ਇਹਨਾਂ ਨੇ ਬੰਦ ਕੀਤੇ ਹੋਏ ਨੇ, ਬਹੁਤ ਸਾਰੇ ਟਵਿੱਟਰ ਹੈਂਡਲਸ ਬੰਦ ਕੀਤੇ ਨੇ। ਸੋ ਮੈਂ ਫਿਰ ਕਹਿਣਾ ਚਾਹੁੰਦਾ ਕਿ ਸਾਡੀ ਸਾਰੇ ਮੀਡੀਆ ਨਾਲ ਲੜਾਈ ਨਹੀਂ ਗਈ, ਬਿਲਕੁਲ ਵੀ ਨਹੀਂ। ਪਰ ਜਿਹੜੀ ਸਰਕਾਰੀ ਐਡ ਵਾਲੀ ਗੱਲ ਹੈ, ਸਾਡੇ ਮੁਲਕ 'ਚ ਖਾਸ ਤੌਰ ਤੇ ਮੀਡੀਆ ਇਕਨੋਮਿਕਲੀ ਇਸ ਤਰ੍ਹਾਂ ਹੀ ਸਰਵਾਈਵ ਕਰਦਾ ਆਇਆ ਹੈ। BBC ਵਾਲਾ ਸਿਸਟਮ ਨਹੀਂ ਹੈ ਕਿ ਪਬਲਿਕ ਫੰਡਿੰਗ ਹੁੰਦੀ ਹੈ, ਲੋਕ ਇੱਥੇ ਖਬਰ ਵਾਸਤੇ ਪੇ ਨਹੀਂ ਕਰਨਾ ਚਾਹੁੰਦੇ। ਬਹੁਤ ਸਾਰੇ ਅਦਾਰੇ, ਨਿਊਜ਼ ਲਾਂਡਰੀ ਵਰਗਾ ਅਦਾਰਾ ਖੁੱਲਿਆ, ਲੇਕਿਨ ਉਹ ਲਾਸ 'ਚ ਨੇ ਕਿਉਂਕਿ ਲੋਕ ਪੇ ਨਹੀਂ ਕਰ ਰਹੇ ਕਿ ਅਸੀਂ ਪੈਸਾ ਦਈਏ ਤੇ ਤੁਸੀਂ ਇੰਡੀਪੈਂਡੈਂਟ ਮੀਡੀਆ ਚਲਾਓ। ਅਲਟੀਮੇਟਲੀ ਮੀਡੀਆ ਸਰਕਾਰੀ ਐਡ ਤੇ ਪਿਛਲੇ ਕਿੰਨੇ ਦਹਾਕਿਆਂ ਤੋਂ ਡਿਪੈਂਡੈਂਟ ਰਿਹਾ। ਅਜੀਤ ਵੀ ਰਿਹਾ, ਜਗਬਾਣੀ ਰਿਹਾ। ਪਰਫੈਕਟਲੀ ਅੰਡਰਸਟੂਡ। ਜਿਹੜਾ ਪ੍ਰਿੰਟ ਅੱਜ ਮੀਡੀਆ ਐਸਾ ਕੀ ਹੋਇਆ? ਅੱਜ ਐਸਾ ਕੀ ਹੋਇਆ? ਪਿਛਲੀਆਂ ਜਿਹੜੇ 2 ਚੈਨਲ ਤੁਸੀਂ ਬੈਨ ਕੀਤੇ 3 ਮਹੀਨੇ ਲਈ, ਕੈਪਟਨ ਸਰਕਾਰ ਵੇਲੇ ਸਭ ਤੋਂ ਵੱਧ ਚਹੇਤੇ ਹੋਈ ਰਹੇ। ਮੇਰੀ ਗੱਲ ਨਹੀਂ ਸਮਝ ਰਹੇ ਤੁਸੀਂ। ਮੈਂ ਕਹਿੰਦਾ ਕਿ ਇਹ ਪ੍ਰਚਲਿਤ ਸਿਸਟਮ ਆ। ਅਖਬਾਰਾਂ ਵਿਸ਼ੇਸ਼ ਤੌਰ ਤੇ, ਜਿਹੜੇ ਇਲੈਕਟ੍ਰੋਨਿਕ ਮੀਡੀਆ ਨੂੰ ਤਾਂ YouTube ਮੋਨੀਟਾਈਜ਼ ਕਰਦੀ ਹੈ, ਫੇਸਬੁੱਕ ਮੋਨੀਟਾਈਜ਼ ਕਰਦਾ, ਇੰਸਟਾਗ੍ਰਾਮ ਮੋਨੀਟਾਈਜ਼ ਕਰਦਾ, ਟਵਿੱਟਰ ਸ਼ਾਇਦ ਮੋਨੀਟਾਈਜ਼ ਕਰਦਾ ਕਿ ਨਹੀਂ ਕਰਦਾ ਮੈਨੂੰ ਨਹੀਂ ਪਤਾ। ਲੇਕਿਨ ਜਿਹੜਾ ਇਲੈਕਟ੍ਰੋਨਿਕ ਮੀਡੀਆ ਵਾ, ਜਿਹੜਾ ਆਲਰੇਡੀ ਮੋਨੀਟਾਈਜੇਸ਼ਨ ਦੇ ਥੱਲੇ ਹੈਗਾ ਵਾ, ਘੱਟੋ ਘੱਟ ਉਹ ਤਾਂ ਇੱਕ ਇੰਨਾ ਪਾਰਟੀਜ਼ਨ ਨਹੀਂ ਹੋਣਾ ਚਾਹੀਦਾ। ਅਖਬਾਰਾਂ ਦਾ ਫਿਰ ਵੀ ਸਾਨੂੰ ਸਮਝ ਆਉਂਦੀ ਕਿ ਉਹ ਸਰਕਾਰ ਦੇ ਸਿਰ ਤੇ ਚੱਲ ਰਹੀਆਂ ਨੇ। ਲੇਕਿਨ ਜਦੋਂ ਸਾਡੀ ਓਬਜੈਕਸ਼ਨ ਇਹ ਹੈਗੀ ਆ ਕਿ ਮੀਡੀਆ ਨੂੰ ਐਡਸ ਲਵੋ, ਜੋ ਮਰਜ਼ੀ ਕਰੋ। ਪਿਛਲੀਆਂ ਸਰਕਾਰਾਂ ਵੀ ਐਡਸ ਦਿੰਦੀਆਂ ਸੀਗੀਆਂ। ਕਦੀ ਤੁਸੀਂ ਬਲੈਕਆਊਟ ਦੇਖਿਆ ਸੀ ਸਿਸਟਮ? ਨਾਮਜ਼ਦ ਕੀਤੇ ਹੋਏ ਨੇ ਬੰਦੇ ਕਿ ਆਹ ਨਹੀਂ ਦਿਖਾਉਣਾ, ਆਹ ਨਹੀਂ ਦਿਖਾਉਣਾ, ਆਹ ਨਹੀਂ ਦਿਖਾਉਣਾ। ਇੱਥੇ ਹੀ ਬਸ ਨਹੀਂ। ਆਈ ਵਾਂਟ ਟੂ ਆਲਸੋ ਬ੍ਰਿੰਗ ਟੂ ਪਬਲਿਕ ਡੋਮੇਨ ਜਿਹੜਾ ਵਿਧਾਨ ਸਭਾ ਦੀ ਲਾਈਵ ਪ੍ਰੋਸੀਡਿੰਗਸ ਉਹ ਸਾਰੀਆਂ ਬੋਗਸ ਨੇ। ਹੁਣ ਕੀ ਹੁੰਦਾ ਕਿ ਵਿਧਾਨ ਸਭਾ ਦਾ ਕੰਟਰੋਲ ਤਾਂ ਇਹਨਾਂ ਦੇ ਕੋਲ ਹੈਗਾ। ਜਦੋਂ ਟ੍ਰੈਜਰੀ ਬੈਂਚਸ, ਮੁੱਖ ਮੰਤਰੀ ਜਾਂ ਮਿਨਿਸਟਰਸ ਬੋਲਦੇ ਨੇ, ਸਿੰਗਲ ਫਰੇਮ 'ਚ ਲੈ ਜਾਂਦੇ ਨੇ। ਜਦੋਂ ਆਪੋਜੀਸ਼ਨ ਉੱਧਰਲੇ ਪਾਸੇ ਬੈਠੀ ਆ, 25-30 MLA ਜਿੰਨੇ ਵੀ ਆਪੋਜੀਸ਼ਨ ਦੇ ਨੇ, ਉਹਨੂੰ ਸਾਰੇ ਨੂੰ ਇੱਕ ਫਰੇਮ 'ਚ ਲੈਂਦੇ ਨੇ। ਤੁਹਾਨੂੰ ਪਤਾ ਨਹੀਂ ਲੱਗਦਾ ਕਿ ਕੌਣ ਬੋਲ ਰਿਹਾ, ਉਹ ਖਹਿਰਾ ਬੋਲ ਰਿਹਾ ਕਿ ਬਾਜਵਾ ਬੋਲ ਰਿਹਾ। ਇਸ ਬਾਰੇ ਸਪੀਕਰ ਸਾਹਿਬ ਨੂੰ ਲਿਖਿਆ ਤੁਸੀਂ? ਬਹੁਤ ਵਾਰੀ ਸਪੀਕਰ ਨੇ ਉੱਥੇ ਐਕਨੋਲੇਜ ਕੀਤਾ। ਬਲਕਿ ਜਿਹੜਾ ਪਾਰਲੀਮੈਂਟਰੀ ਅਫੇਅਰਸ ਮਿਨਿਸਟਰ ਸੀਗਾ ਮਿਸਟਰ ਨਿੱਜਰ, ਉਹਨੂੰ ਸਪੀਕਰ ਨੇ ਇੱਕ ਫਰਜ਼ੀ ਜਿਹਾ ਉੱਥੇ ਫਰਮਾਨ ਵੀ ਜਾਰੀ ਕੀਤਾ ਕਿ ਦੇਖੋ ਜੀ ਕੀ ਹੋਇਆ, ਨਥਿੰਗ ਹੈਜ਼ ਚੇਂਜ। ਸੋ ਸਾਡਾ ਆਬਜੈਕਸ਼ਨ ਇਹ ਹੈਗੀ ਆ ਕਿ ਮੀਡੀਆ ਨੂੰ ਇਸ ਪੈਮਾਨੇ ਤੱਕ ਤੁਸੀਂ ਉਹਨੂੰ ਹਾਈਜੈਕ ਨਾ ਕਰੋ ਕਿ ਉਹ ਲੋਕਾਂ ਤੱਕ ਸਹੀ ਗੱਲ ਹੀ ਨਾ ਪਹੁੰਚਾ ਸਕਣ। ਮੀਡੀਆ ਦਾ ਕੰਮ ਕੀ ਹੈਗਾ? ਮੀਡੀਆ ਦਾ ਕੰਮ ਦੁਨੀਆ, ਦੇਸ਼, ਪੰਜਾਬ ਨੂੰ ਦੱਸਣਾ ਵਾ ਕਿ ਆਪਣੇ ਹਾਲਾਤ ਕੀ ਨੇ। ਠੀਕ ਹੈ, ਸਰਕਾਰ ਦਾ ਪੱਖ ਤੁਸੀਂ 55 ਪੈਸੇ ਰੱਖ ਲਓ, 60 ਰੱਖ ਲਓ, 65 ਰੱਖ ਲਓ, 35 ਤਾਂ ਦਿਖਾਓ। ਇਹ ਤਾਂ 100% ਬਲੈਕਆਊਟ ਕਰਨ ਦੇ ਉੱਤੇ ਆ ਗਏ ਨੇ। ਬਾਕੀ ਓਪੋਜੀਸ਼ਨ ਨੂੰ ਫਿਰ ਕਿਉਂ ਦਿਖਾਉਂਦੇ ਆ? ਪ੍ਰਤਾਪ ਸਿੰਘ ਬਾਜਵਾ ਸਾਹਿਬ ਦੀਆਂ ਵੀ ਇੰਟਰਵਿਊਜ਼ ਚੱਲਦੀਆਂ, ਰਾਜਾ ਵੜਿੰਗ ਸਾਹਿਬ ਦੀਆਂ ਵੀ ਚੱਲਦੀਆਂ, ਨਵਜੋਤ ਸਿੱਧੂ ਸਾਹਿਬ ਨੂੰ ਵੀ ਕਵਰ ਕੀਤਾ ਜਾਂਦਾ ਹੈ, ਸੁਖਪਾਲ ਖਹਿਰਾ ਨੂੰ ਹੀ ਕਿਉਂ ਕਵਰ ਨਹੀਂ ਕੀਤਾ ਜਾਂਦਾ? ਦੇਖੋ ਗੱਲ ਇਹ ਆ ਕਿ ਹੁਣ ਜਿਹੜਾ ਉਦਣ ਜਿਹੜਾ ਜੋ ਕੁਝ ਹੋਇਆ ਉਹ ਮੇਰੇ ਨਾਲ ਹੀ ਵਾਪਰਿਆ ਨਾ। ਜਿਹੜੇ ਆਦਮੀ ਕਹਿ ਰਹੇ ਸ਼ੋਰ ਮਚਾ ਰਹੇ ਜਾਣ ਕੇ, ਤਾਂ ਆਈ ਹੈਡ ਟੂ ਰਿਐਕਟ। ਇਹ ਹੁਣ ਗੱਲ ਜਿੱਦਾਂ ਕਹਿੰਦੇ ਕਿ ਲੋਕਾਂ ਦੀ ਕਚਹਿਰੀ 'ਚ ਸਾਹਮਣੇ ਆ ਗਈ ਆ। ਵੈਸੇ ਤੁਸੀਂ ਜਿਹੜਾ ਕਹਿ ਰਹੇ ਹੋ, ਅਗਰ ਤੁਸੀਂ ਗੌਰ ਨਾਲ ਅਖਬਾਰਾਂ ਚੱਕੋਗੇ, ਦੇਖੋ ਲੀਡਰ ਆਫ ਆਪੋਜੀਸ਼ਨ ਤਾਂ ਇੱਕ ਐਸਟੈਬਲਿਸ਼ ਪੋਜੀਸ਼ਨ ਹੈ ਨਾ ਜੀ। PCC ਦਾ ਪ੍ਰੈਜ਼ੀਡੈਂਟ ਇੱਕ ਐਸਟੈਬਲਿਸ਼ ਪੋਜੀਸ਼ਨ ਹੈ, ਉਹਦੇ ਤਾਂ ਬਿਆਨ ਅਖਬਾਰਾਂ ਨੂੰ ਮਾੜੇ ਮੋਟੇ ਛਾਪਣੇ ਪੈਣੇ ਨੇ। ਤੁਹਾਡਾ ਕੀ ਖਿਆਲ ਹੈ ਕਿ ਮੇਰੀ ਕੋਈ ਐਕਟੀਵਿਟੀ ਨਹੀਂ ਗਈ ਜਾਂ ਮੇਰੇ ਨਾਲ ਦੇ ਹੋਰ MLAs ਜਾਂ ਜਿਹੜੇ ਆਪੋਜੀਸ਼ਨ 'ਚ ਨੇ ਉਹਨਾਂ ਦੀ ਕੋਈ ਐਕਟੀਵਿਟੀ ਨਹੀਂ ਗਈ? ਦੇयर ਇਜ਼ ਅ ਕੰਪਲੀਟ ਬਲੈਕਆਊਟ। ਔਰ ਇਹ ਸਾਰੀ ਦੁਨੀਆ ਹੁਣ ਪੰਜਾਬ ਦੀ ਸਮਝ, ਮੈਂ ਭਾਵੇਂ ਨਾਮ ਲਵਾਂ ਜਾਂ ਨਾ ਲਵਾਂ, ਇਹ ਜਿਹੜੇ ਚੈਨਲਸ ਜਿਹੜੇ ਇਸ ਵਕਤ ਸਰਕਾਰ ਦੇ ਆਖੇ ਲੱਗ ਰਹੇ ਨੇ, ਲੋਕਾਂ ਨੇ ਇਹਨੂੰ ਆਪ ਪਹਿਚਾਣ ਲਿਆ ਵਾ। ਤੁਸੀਂ ਐਂ ਕਰੋ, ਇੱਕ ਵਾਰੀ ਇਹਨਾਂ ਦੇ ਫੇਸਬੁੱਕ ਅਕਾਊਂਟ ਸਰਚ ਕਰੋ, ਇਹਨਾਂ ਦੇ ਟਵਿੱਟਰ ਅਕਾਊਂਟ ਸਰਚ ਕਰੋ, ਇਹਨਾਂ ਦੇ YouTube ਅਕਾਊਂਟ ਸਰਚ ਕਰੋ, ਇਹਨਾਂ ਦੀ ਰੀਚ ਹੀ ਘਟ ਗਈ ਬਿਲਕੁਲ। ਜਸਟ ਬਾਈ ਟੋਇੰਗ ਪ੍ਰੋ ਗਵਰਨਮੈਂਟ, ਪ੍ਰੋ ਐਸਟੈਬਲਿਸ਼ਮੈਂਟ
ਜਿਹੜੀ ਪਾਲਿਸੀ, ਤੁਹਾਨੂੰ ਯਾਦ ਹੋਊਗਾ ਜਦੋਂ ਦੇਸ਼ ਵਿੱਚ ਐਮਰਜੈਂਸੀ ਲੱਗੀ ਹੈ ਜੀ, ਉਹ ਤਾਂ ਇੱਕ ਆਫੀਸ਼ੀਅਲ ਫਰਮਾਨ ਸੀ ਨਾ ਕਿ ਤੁਸੀਂ ਛਾਪ ਹੀ ਨਹੀਂ ਸਕਦੇ ਅਖਬਾਰ ਦੇ ਖਿਲਾਫ, ਲੇਕਿਨ ਉਸ ਵਕਤ ਇੰਡੀਅਨ ਐਕਸਪ੍ਰੈਸ ਅਖਬਾਰ ਖੜੀ ਹੋਈ, ਸ਼ਾਇਦ ਮਿਸਟਰ ਗੋਇਨਕਾ ਦੀ ਸੀਗੀ, ਉਹ ਅਖਬਾਰ ਐਡੀ ਪਪੂਲਰ ਹੋਈ ਸਾਰੇ ਦੇਸ਼ ਦੇ ਵਿੱਚ। ਅੱਜ ਉਹਦੇ ਹਾਲਾਤ ਕੀ ਮੈਂ ਨਹੀਂ ਕਹਿ ਸਕਦਾ, ਲੇਕਿਨ ਬਿਕੋਜ਼ ਆਫ ਅਪੋਜ਼ਿੰਗ ਐਮਰਜੈਂਸੀ। ਸੋ ਮੀਡੀਆ ਦਾ ਕੰਮ ਐਕਚੁਅਲੀ ਸਹੀ ਮਾਇਨੇ ਵਿੱਚ ਮੀਡੀਆ ਦਾ ਕੰਮ ਤਾਂ ਹੈਗਾ ਵਾ ਕਿ ਗਵਰਨਮੈਂਟ ਨੂੰ ਅਕਾਊਂਟੇਬਲ ਹੋਲਡ ਕਰਨਾ, ਗਵਰਨਮੈਂਟ ਨੂੰ ਜਵਾਬ ਦੇ ਦੇਣਾ, ਔਰ ਉਹ ਤਾਂ ਹੀ ਹੋ ਸਕਦਾ ਜੇ ਉਹਨਾਂ ਨੂੰ ਕੋਈ ਸਵਾਲ ਪੁੱਛੇ। ਹੁਣ ਲੇਟੈਸਟ ਤੁਹਾਨੂੰ ਉਦਾਹਰਨ ਦਿੰਦਾ, ਜਸਟ ਲੈਟ ਮੀ ਕੋਟ, 2 ਦਿਨ ਪਹਿਲਾਂ ਭਗਵੰਤ ਮਾਨ ਇੱਕ ਪੀਸੀ ਕਰਦੇ ਨੇ ਜੀ ਅੰਸਾਰੀ ਦੇ ਮਸਲੇ ਨੂੰ ਲੈ ਕੇ, ਉਹ ਵਨ ਵੇ ਟ੍ਰੈਫਿਕ ਸੀਗੀ। ਕਿਸੇ ਮੀਡੀਆ ਨੇ ਜਿਹੜੇ ਅਸਲ ਸਵਾਲ ਨੇ, ਜੇ ਤੁਸੀਂ ਅੰਸਾਰੀ ਦੀ ਵੀ ਗੱਲ ਕਰ ਰਹੇ ਹੋ, ਕਿਸੇ ਮੀਡੀਆ ਨੇ ਨਹੀਂ ਪੁੱਛਿਆ ਕਿ ਤੁਸੀਂ ਅੰਸਾਰੀ ਦਾ ਇਲਜ਼ਾਮ ਤਾਂ ਲਾ ਰਹੇ ਹੋ ਸੁਖਜਿੰਦਰ ਰੰਧਾਵਾ ਤੇ ਕੈਪਟਨ ਅਮਰਿੰਦਰ ਸਿੰਘ ਤੇ, ਵਾਟ ਅਬਾਊਟ ਲਾਰੈਂਸ ਬਿਸ਼ਨੋਈ ਜਿਹੜਾ ਜੇਲ੍ਹ ਵਿੱਚ ਬੈਠ ਕੇ ਇੰਟਰਵਿਊਜ਼ ਦੇ ਰਿਹਾ ਵਾ, ਉਹਦੀ ਕੋਈ ਜਾਂਚ ਨਹੀਂ ਹੋਣੀ ਚਾਹੀਦੀ, ਕੋਈ ਪੁੱਛਗਿੱਛ ਨਹੀਂ ਹੋਣੀ ਚਾਹੀਦੀ, ਕੋਈ ਇਨਕੁਆਇਰੀ ਨਹੀਂ ਹੋਣੀ ਚਾਹੀਦੀ। ਅਕਸਰ ਸਿੱਧੂ ਮੂਸੇਵਾਲੇ ਦਾ ਕਾਤਲ ਆ, ਕਿਸੇ ਨੇ ਸਵਾਲ ਨਹੀਂ ਪੁੱਛਿਆ, ਕਿਸੇ ਨੇ ਉਹਨਾਂ ਨੂੰ ਸਵਾਲ ਇਹ ਨਹੀਂ ਪੁੱਛਿਆ ਕਿ ਤੁਸੀਂ ਜਿਹੜਾ ਯੂਨੀਫਾਰਮ ਸਿਵਲ ਕੋਡ ਆ, ਭਗਵੰਤ ਮਾਨ ਕਹਿ ਰਿਹਾ ਸੀਗਾ ਜੀ ਕਿ ਇਹ ਠੀਕ ਨਹੀਂਗਾ, ਇਹ ਦੇਸ਼ ਸਾਡਾ ਇੱਕ ਸਾਰੇ ਧਰਮਾਂ ਨੂੰ ਆਜ਼ਾਦੀ ਚਾਹੀਦੀ, ਇਹ ਠੀਕ ਕਹਿ ਰਿਹਾ ਸੀ ਭਗਵੰਤ। ਕਿਸੇ ਨੇ ਇਹ ਨਹੀਂ ਪੁੱਛਿਆ ਕਿ ਸੰਦੀਪ ਪਾਠਕ ਤੁਹਾਡਾ ਜਿਹੜਾ ਐਮਪੀ ਆ, ਉਹ ਯੂਨੀਫਾਰਮ ਸਿਵਲ ਕੋਡ ਦੀ ਸਪੋਰਟ ਕਰ ਰਿਹਾ ਵਾ, ਸਿਧਾਂਤਕ ਤੌਰ ਤੇ ਉਹਨੇ ਪਬਲਿਕ ਡੋਮੇਨ 'ਚ ਬਿਆਨ ਦਿੱਤਾ ਵਾ, ਕਿਸੇ ਨੇ ਨਹੀਂ ਪੁੱਛਿਆ। ਕਿਸੇ ਨੇ ਸਰਬਜੀਤ ਮਾਣੂਕੇ ਦਾ ਨਹੀਂ ਪੁੱਛਿਆ, ਕੋਠੀ ਦਾ, ਕਿਸੇ ਨੇ ਕਟਾਰੂ ਚੱਕ ਦਾ ਨਹੀਂ ਪੁੱਛਿਆ, ਉਹ ਤਾਂ ਵਾਪਸ ਕਰਤੀਆਂ ਚਾਬੀਆਂ। ਪਰਸੋਂ ਚੌਥ ਟੀਚਰ ਕੁੱਟੇ ਨੇ ਪਟਿਆਲੇ 'ਚ ਤੇ ਸੰਗਰੂਰ 'ਚ, ਪੱਗਾਂ ਉਛਾਲੀਆਂ ਨੇ, ਕਿਸਾਨ ਕੁੱਟੇ ਨੇ, ਔਰਤਾਂ ਦੀਆਂ ਚੁੰਨੀਆਂ ਲਈਆਂ, ਕਿਸੇ ਨੇ ਨਹੀਂ ਪੁੱਛਿਆ। ਮੂੰਗੀ ਦੀ ਫਸਲ 90% ਡਿਸਟ੍ਰੈਸ ਸੇਲ 'ਚ, ਕਿਸੇ ਨੇ ਨਹੀਂ ਪੁੱਛਿਆ। ਮੱਕੀ ਦੀ ਫਸਲ 70-80% ਡਿਸਟ੍ਰੈਸ ਸੇਲ 'ਚ, MSP ਨਹੀਂ ਮਿਲ ਰਹੀ, ਕਿਸੇ ਨੇ ਨਹੀਂ ਪੁੱਛਿਆ। ਸੋ ਵਾਟ ਡੂ ਆਈ ਅੰਡਰਸਟੈਂਡ ਫਰਮ ਦੈਟ। ਔਰ ਮੈਂ ਤੁਹਾਨੂੰ ਹੋਰ ਸੱਚਾਈ ਦੱਸਾਂ, ਇਹ ਜਿਹੜੀ ਆਵਾਜ਼ ਹੈ, ਇਹ ਇੱਕ ਦੋਸ਼ ਇਹ ਲੱਗਦਾ ਕਿ ਤੁਹਾਡੀ ਪਾਰਟੀ 'ਚ ਤੁਹਾਡੇ ਇਲਾਵਾ ਬਾਕੀਆਂ ਵੱਲੋਂ ਮਿਸਿੰਗ ਹੈ। ਮੈਂ ਰਾਜਾ ਵੜਿੰਗ ਤੇ ਸਪਸ਼ਟ ਸਵਾਲ ਕਰਦਾ, ਤੁਹਾਡੀ ਆਪਣੀ ਪਾਰਟੀ ਦੇ ਬਹੁਤ ਸਾਰੇ ਸੀਨੀਅਰ ਮੈਂਬਰਸ ਵੀ, ਤੁਹਾਡੇ ਯੂਥ ਪ੍ਰੈਜ਼ੀਡੈਂਟ ਬਰਿੰਦਰ ਢਿੱਲੋਂ ਹੋਣਾ ਨੇ ਵੀ ਇਸ਼ਾਰਾ ਕੀਤਾ ਉਸ ਦਿਨ, ਰਾਜਾ ਵੜਿੰਗ ਕਹਿੰਦੇ ਨਹੀਂ ਬੋਲ ਰਹੇ ਇਸ ਮਸਲੇ ਤੇ, ਇਕੱਲੇ ਸੁਖਪਾਲ ਖਹਿਰਾ ਹੀ ਕਿਉਂ ਬੋਲਦੇ? ਦੇਖੋ, ਇਹਦੇ ਬਾਰੇ ਮੈਂ ਇਹ ਸਵਾਲ ਤੁਸੀਂ ਉਹਨਾਂ ਨੂੰ ਐਡਰੈਸ ਕਰ ਸਕਦੇ ਹੋ, ਇਹਦੇ ਬਾਰੇ ਮੈਂ ਕੁਝ ਨਹੀਂ ਕਹਿਣਾ। ਮੈਂ ਤਾਂ ਜੋ ਮੈਨੂੰ ਮੀਡੀਆ ਦੀ ਪੱਖਪਾਤੀ ਰਵੱਈਆ ਨਜ਼ਰ ਆ ਰਿਹਾ, ਮੈਂ ਤਾਂ ਉਸ ਨੂੰ ਐਕਸਪੋਜ਼ ਕਰਨ ਵਿੱਚ ਮੇਰਾ ਫਰਜ਼ ਆ। ਆਈ ਐਮ ਨਾਟ ਅ ਪੋਲੀਟੀਸ਼ੀਅਨ ਸਿਮਰਨਜੋਤ, ਆਈ ਐਮ ਆਲਸੋ ਐਨ ਐਕਟਿਵਿਸਟ। ਮੈਂ ਯੂਆਪਾ ਦੇ ਮਸਲੇ ਲੜਿਆ ਵਾਂ, ਮੈਂ NSA ਦਾ ਵਿਰੋਧ ਕਰਦਾ ਵਾਂ। ਇਹ ਮੈਨੂੰ ਇਹ ਪਾਰਟੀ ਥੋੜ੍ਹਾ ਸਿਖਾਉਂਦੀ, ਮੈਨੂੰ ਕੋਈ ਕਹਿੰਦਾ ਥੋੜ੍ਹਾ ਆ, ਮੈਨੂੰ ਕੋਈ ਜਿਹੜੀ ਕੋਠੀ ਦੱਬੀ ਸੀ ਜਗਰਾਉਂ ਵਾਲੀ, ਮੈਨੂੰ ਕੋਈ ਕਹਿਣ ਥੋੜ੍ਹਾ ਆਇਆ ਸੀਗਾ, ਮੈਂ ਆਪੇ ਗਿਆ ਉੱਥੇ, ਆਪੇ ਉਹਨਾਂ ਨੂੰ ਅਪਰੋਚ ਕੀਤਾ ਲੱਭ ਕੇ, ਦੈਟ ਵੀ ਵਿਲ ਹੈਲਪ ਯੂ ਆਊਟ ਦੇਅਰ। ਸੋ ਮੈਂ ਆਪਣੀ ਗੱਲ ਦਾ ਜਿਹੜਾ ਹੈ ਜਵਾਬਦੇਹ ਹੈਗਾ। ਹੁਣ ਦੂਸਰੇ ਕੀ ਕਰਦੇ ਨੇ, ਇਹ ਤਾਂ ਤੁਸੀਂ ਉਹਨਾਂ ਨੂੰ ਸਵਾਲ ਪੁੱਛ ਸਕਦੇ ਆ। ਕਈ ਵਾਰੀ ਕਾਲ ਨਹੀਂ ਕਰ ਜਾਂਦੇ ਖਹਿਰਾ ਸਾਹਿਬ, ਟਵੀਟ ਕਰਨ ਵੇਲੇ ਵੀ ਮਿੰਟ ਮਾਰਦੇ ਹੋ। ਅੱਜ ਸੁਖਬੀਰ ਬਾਦਲ ਨੇ ਕਲੀਅਰ ਕਰਤਾ ਕਿ ਸਾਡਾ ਕੋਈ ਅਲਾਈਅੰਸ ਨਹੀਂ ਹੈਗਾ ਬੀਜੇਪੀ ਦੇ ਨਾਲ। ਤੁਸੀਂ ਸਵੇਰੇ ਟਵੀਟ ਵੀ ਕੀਤਾ ਸੀ ਕਿ ਜੇ ਇਹ ਹੁੰਦਾ। ਮੇਰੀ ਗੱਲ ਸੁਣੋ ਨਾ, ਅੱਜ ਸਾਰੀਆਂ ਅਖਬਾਰਾਂ ਭਰੀਆਂ ਪਈਆਂ ਨੇ, ਕੱਲ੍ਹ ਦੀਆਂ ਖਬਰਾਂ ਚੱਲ ਰਹੀਆਂ ਨੇ ਕਿ ਅਕਾਲੀ ਦਲ ਭਾਜਪਾ ਦਾ ਸਮਝੌਤਾ ਤਕਰੀਬਨ ਤੈਅ, ਤੇ ਮੈਂ ਉਸ ਸਪੈਕੂਲੇਸ਼ਨ ਨੂੰ ਰੱਖ ਕੇ ਹੀ ਟਵੀਟ ਕੀਤਾ ਨਾ। ਅੱਛਾ, ਤੁਹਾਨੂੰ ਕੀ ਗਾਰੰਟੀ ਹੈ ਅੱਜ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਨਹੀਂ ਕਰਾਂਗੇ ਤੇ 3 ਮਹੀਨਿਆਂ ਬਾਅਦ ਅਲਾਈਅੰਸ ਨਹੀਂ ਹੋਏਗਾ? ਆਈ ਐਮ ਵੈਰੀ ਸ਼ੋਰ ਹੋਊਗਾ, ਐਂਡ ਆਫ ਦ ਡੇ ਅਲਾਈਅੰਸ ਹੋਏਗਾ। ਕਾਰਨ ਆ ਕਿ ਇਟ ਸੂਟਸ ਬੋਥ ਦ ਪਾਰਟੀਜ਼, ਕਿਉਂਕਿ ਅਕਾਲੀ ਦਲ ਵੀ ਬਹੁਤ ਡਿਮੋਰਲਾਈਜ਼ਡ ਹੈ, ਉਹਨਾਂ ਦਾ ਕੇਡਰ ਬੜਾ ਹਤਾਸ਼ ਨਿਰਾਸ਼ ਹੈ। ਕਦੀ ਸੁਣਿਆ ਸੀ ਅਕਾਲੀ ਦਲ 3 ਸੀਟਾਂ 'ਤੇ ਆ ਜਾਊਗਾ? ਸਭ ਤੋਂ ਪਾਵਰਫੁਲ ਪਾਰਟੀ ਦੇਸ਼ ਦੀ, ਅੱਜ ਉਹ 3 ਸੀਟਾਂ 'ਤੇ ਆਏ ਨੇ, ਮਤਲਬ ਇੱਕ ਛੋਟੀ ਜਿਹੀ ਗੱਡੀ 'ਚ ਬੈਠ ਕੇ 3 ਜਾਣੇ MLA ਆ ਜਾ ਸਕਦੇ ਨੇ। ਸੋ ਦੇ ਆਰ ਵਰਿਡ। ਉਹਨਾਂ ਨੂੰ ਐਂ ਲੱਗਦਾ ਕਿ ਅਸੀਂ BJP ਦੇ ਨਾਲ ਸਮਝੌਤਾ ਜੇ ਕਰ ਲਈਏ ਤੇ ਸ਼ਾਇਦ ਸਾਡੀ ਉਹ ਦੇ ਆਰ ਟਰਾਈਂਗ ਟੂ ਸੀ ਮੈਥਮੈਟਿਕਲੀ ਕਿ 2+2 ਇਜ਼ 4। ਪਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ 2+2 4 ਨਹੀਂ ਹੁੰਦਾ ਪੋਲੀਟਿਕਸ ਵਿੱਚ। ਜਿੱਦਣ ਇਹਨਾਂ ਨੇ BJP ਨਾਲ ਸਮਝੌਤਾ ਕੀਤਾ, ਉਦਣ ਸਿੱਖਾਂ ਤੇ ਕਿਸਾਨਾਂ ਦੀ ਵੋਟ ਇਹਨਾਂ ਦੀ ਹੋਰ ਡ੍ਰੌਪ ਹੋਵੇਗੀ। ਕਾਰਨ ਕਿ ਜਿਹੜੇ ਕਾਰਨਾਂ ਕਰਕੇ ਇਹਨਾਂ ਨੇ BJP ਛੱਡੀ ਸੀ, ਕਿਸਾਨੀ ਅੰਦੋਲਨ 'ਚ ਜਿਹੜੇ ਮਸਲੇ ਉੱਠੇ, ਕਾਲੇ 3 ਕਾਨੂੰਨ ਤੇ ਮਿਨੀਮਮ ਸਪੋਰਟ ਪ੍ਰਾਈਸ, ਉਹ ਤਾਂ ਮਸਲੇ ਜਿਉਂ ਦੇ ਤਿਉਂ ਖੜੇ ਨੇ। ਜਾਂ ਫਿਰ ਯੂਨੀਫਾਰਮ ਸਿਵਲ ਕੋਡ ਤੇ ਵੀ ਜੋ ਅਕਾਲੀ ਦਲ ਦਾ ਸਟੈਂਡ ਹੋਣਾ ਚਾਹੀਦਾ ਹੈ ਇੱਕ ਖੇਤਰੀ ਪਾਰਟੀ ਦੇ ਤੌਰ ਤੇ। ਉਹ ਜਿਹੜੀ ਪਾਰਟੀ ਦੇਸ਼ ਵਿੱਚ ਇੱਕ ਕਾਨੂੰਨ ਬਣਾਉਣਾ ਚਾਹੁੰਦੀ ਸਾਰੇ ਧਰਮਾਂ ਲਈ, ਤਾਂ ਅਕਾਲੀ ਦਲ ਉੱਤੇ ਕਿੱਦਾਂ ਸਾਹ ਲਊਗਾ? ਬਲਕਿ ਅਕਾਲੀ ਦਲ ਨੇ ਬਹੁਤ ਵੱਡਾ ਬਲੰਡਰ ਕੀਤਾ ਜਿੱਦਣ ਇਹਨਾਂ ਨੇ ਜੰਮੂ ਕਸ਼ਮੀਰ ਦੇ 3 ਟੋਟੇ ਹੋਏ, ਇਹਨਾਂ ਨੇ ਸਪੋਰਟ ਕੀਤੀ। ਇਹ ਉਹਨਾਂ ਦਾ ਵੱਡਾ ਮੇਜਰ ਬਲੰਡਰ ਸੀਗਾ, ਕਿਉਂਕਿ ਇੱਕ ਪਾਸੇ ਤੁਸੀਂ ਕਹਿੰਦੇ ਕਿ ਜੇ ਅਸੀਂ ਫੈਡਰਲਿਜ਼ਮ ਦੇ ਹਤੈਸ਼ੀ ਹਾਂ, ਅਸੀਂ ਸੂਬਿਆਂ ਨੂੰ ਵੱਧ ਅਧਿਕਾਰ ਮਿਲਣੇ ਚਾਹੀਦੇ ਨੇ। ਆਨੰਦਪੁਰ ਸਾਹਿਬ ਦੇ ਮਤੇ ਨੂੰ ਤੁਸੀਂ ਕੋਟ ਕਰਦੇ ਹੋ, ਤੁਹਾਡੇ ਸਾਹਮਣੇ ਇੱਕ ਬਣਿਆ ਬਣਾਇਆ ਸੂਬਾ, ਉਹਦੇ 3 UTs ਬਣਾਤੀਆਂ ਤੇ ਤੁਸੀਂ ਮੋਦੀ ਨੂੰ ਵੋਟ ਪਾਈ ਆ। ਇਹ ਕੰਮ ਕੇਜਰੀਵਾਲ ਨੇ ਵੀ ਕੀਤਾ, ਤਾਂ ਹੀ ਉਹ ਆਪੋਜੀਸ਼ਨ ਉਹਦਾ ਸਾਥ ਨਹੀਂ ਦੇ ਰਹੀ। ਫਰੂਕ ਅਬਦੁੱਲਾ ਨੇ ਤੇ ਉਮਾਰ ਅਬਦੁੱਲਾ ਨੇ ਆਪੋਜੀਸ਼ਨ ਮੀਟਿੰਗ 'ਚ ਕੇਜਰੀਵਾਲ ਨੂੰ ਕਿਹਾ ਕਿ ਭਾਈ ਸਾਹਿਬ ਤੁਸੀਂ ਤਾਂ ਜਿੱਦਣ ਜੰਮੂ ਕਸ਼ਮੀਰ ਦੇ 3 ਟੋਟੇ ਕੀਤੇ, ਤੁਸੀਂ ਤਾਂ ਮੋਦੀ ਨੂੰ ਵਧਾਈ ਦਿੱਤੀ ਆ ਪਬਲਿਕਲੀ। ਇਹ ਉੱਠ ਕੇ ਬਾਹਰ ਆ ਗਏ ਉੱਥੋਂ।
ਸੋ ਜੇ ਇਹ ਸਮਝਦੇ ਨੇ ਕਿ ਸ਼ਾਇਦ ਲੋਕਾਂ ਦੀਆਂ ਅੱਖਾਂ ਬੰਦ ਨੇ, ਉਹ ਗਲਤ ਆ। ਅੱਜ ਉਹ ਪੁਰਾਣਾ ਜ਼ਮਾਨਾ ਨਹੀਂਗਾ ਅਖਬਾਰਾਂ ਕੱਲੀਆਂ ਵਾਲਾ। ਤਾਂ ਤੁਸੀਂ ਸਹਿਮਤ ਹੋ ਕਿ ਬੀਜੇਪੀ ਜਿਸ ਤਰ੍ਹਾਂ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਦਿੱਲੀ ਨੂੰ, ਸੁਪਰੀਮ ਕੋਰਟ ਤੋਂ ਉੱਤੋਂ ਦੀ ਹੋ ਕੇ ਉਹ ਲਾਅ ਆਰਡੀਨੈਂਸ ਲੈ ਕੇ ਆਏਗੀ, ਸਹਿਮਤ ਹੋ ਇਸ ਗੱਲ? ਬੜਾ ਅੱਛਾ ਸਵਾਲ ਪੁੱਛਿਆ ਤੁਸੀਂ। ਮੈਂ ਹਰ ਜਿਹੜਾ ਬੀਜੇਪੀ ਦੀ ਗਲਤ ਮੂਵ ਆ ਉਹਨੂੰ ਅਪੋਜ਼ ਕਰਦਾ ਹਾਂ। ਅਗਰ ਉਹਨਾਂ ਨੇ ਕੋਈ ਬਾਈਪਾਸ ਕਰ ਰਹੇ ਨੇ, ਅਧਿਕਾਰ ਖੋ ਰਹੇ ਨੇ, ਮੈਂ ਉਹਦਾ ਸਖਤ ਵਿਰੋਧੀ ਹਾਂ। ਹੁਣ ਆ ਜਾਓ ਤੁਸੀਂ ਕੇਜਰੀਵਾਲ ਦੇ ਪੁਆਇੰਟ ਆਫ ਵਿਊ, ਉਹਨੇ ਸਪੈਸ਼ਲ ਪ੍ਰੈਸ ਕਾਨਫਰੰਸ ਕੀਤੀ ਇੱਕ ਦਿਨ। ਮੋਦੀ ਦਾ ਜਿਹੜਾ ਪ੍ਰਾਈਮ ਮਿਨਿਸਟਰ ਦਾ ਮੀਡੀਆ ਐਡਵਾਈਜ਼ਰ ਹੈ ਮਿਸਟਰ ਰਾਵਲ ਨੇ ਸ਼ਾयद ਜੀ, ਉਹਨਾਂ ਦਾ ਨਾਮ ਲਿਆ कि इसने सारा मीडिया देश का कंट्रोल कर रखा है, इलेक्ट्रॉनिक प्रिंट, इसको बोलते हैं गोदी मीडिया। मैं कहना कि गोदी मीडिया वा, बट जो कुछ ये पंजाब ਦੇ ਵਿੱਚ ਕਰ ਰਹੇ ਕੀ ਉਹ केजी मीडिया नहीं गा? मतलब ਦਿੱਲੀ ਵਿੱਚ ਪੈਮਾਨਾ ਹੋ ਰਿਹਾ ਤੇ ਪੰਜਾਬ ਵਾਸਤੇ ਹੋ ਰਿਹਾ। ਵਿਜੀਲੈਂਸ ਦਾ ਇਸਤੇਮਾਲ ਕਰਦੇ ਨੇ ਇੱਥੇ, ਜੋ ਕਹਿੰਦੇ ਨੇ ਫੜਦੇ ਨੇ ਸਾਡੇ ਕਾਂਗਰਸ ਦੇ ਲੀਡਰਸ ਨੂੰ ਕਿ ਅਸੀਂ ਜੀ ਭ੍ਰਿਸ਼ਟਾਚਾਰ ਨਾਲ ਲੜਾਈ ਲੜ ਰਹੇ ਹਾਂ। ਐਂਡ ਮੈਂ ਕਦੀ ਨਹੀਂ ਕਿਹਾ ਕਿ ਤੁਸੀਂ ਨਾ ਲੜੋ, ਜਿਹਨੂੰ ਮਰਜ਼ੀ ਇਨਵੈਸਟੀਗੇਟ ਕਰੋ। ਜੇ ਦਿੱਲੀ ਇਹਨਾਂ ਦੇ ਬੰਦੇ ਫੜੇ ਜਾਂਦੇ ਨੇ, ਮਨੀਸ਼ ਸਿਸੋਦੀਆ, ਸਤਿੰਦਰ ਜੈਨ, ਉਹਨਾਂ ਨੂੰ ਹਾਈ ਕੋਰਟ ਜ਼ਮਾਨਤਾਂ ਨਹੀਂ ਦੇ ਰਿਹਾ, ਉਹ ਕਈ ਮਹੀਨਿਆਂ ਦੇ ਜੇਲ੍ਹਾਂ ਵਿੱਚ ਨੇ, ਉੱਥੇ ਜਾ ਕੇ ਧਰਨਾ ਲਾਉਂਦੇ ਨੇ, ਕਹਿੰਦੇ ਹਮਾਰੇ ਸਾਥ ਬਦਲਾਖੋਰੀ ਹੋ ਰਹੀ। ਦੋ ਗੱਲਾਂ ਨਹੀਂ ਹੋ ਸਕਦੀਆਂ, ਜਾਂ ਜੇ ਉਹ ਬਦਲਾਖੋਰੀ ਤੇ ਫਿਰ ਵੀ ਬਦਲਾਖੋਰੀ ਹੈ। ਐਂਡ ਆਲਸੋ ਵਾਈ ਓਨਲੀ ਆਪੋਜੀਸ਼ਨ ਇਜ਼ ਬੀਇੰਗ ਟਾਰਗੇਟਡ ਇਨ ਪੰਜਾਬ? ਵਾਈ ਇਕੱਲੇ ਖਹਿਰੇ ਤੇ ਕਾਂਗਰਸ ਵਾਲਿਆਂ ਤੇ, ਲੈਟਸ ਸੇ ਬ੍ਰਹਮ ਮਹਿੰਦਰਾ ਤੇ ਜਾਂ ਹੋਰ ਲੀਡਰਸ ਤੇ ਪਰਚੇ ਦਰਜ ਹੋ ਰਹੇ ਨੇ? ਵਾਈ ਨਾਟ ਜਿਹੜੇ ਆਮ ਆਦਮੀ ਪਾਰਟੀ ਦੇ ਰੋਜ਼ ਬੰਦੇ ਫੜੇ ਜਾਂਦੇ, ਮਤਲਬ ਕਦੀ ਕਿਸੇ ਦੀ ਵੀਡੀਓ ਆ ਜਾਂਦੀ, ਕਾਰਵਾਈ ਕੀਤੀ, ਅਮਿਤ ਰਤਨ ਹੋਣਾ ਤੇ ਕਾਰਵਾਈ ਕੀਤੀ ਉਹਨਾਂ ਨੇ, ਉਹ ਕਹਿੰਦੇ ਐਗਜ਼ੈਂਪਲਰੀ ਹੈ। ਪਹਿਲੀ ਵਾਰੀ ਹੋਇਆ ਕਿ ਕਿਸੇ ਸਰਕਾਰ ਨੇ ਆਪਣੇ ਹੀ ਐਮਐਲਏ ਤੇ ਪਰਚਾ ਦਿੱਤਾ ਹੋਵੇ। ਕਟਾਰੂ ਚੱਕ ਗਵਰਨਰ ਕਹਿ ਰਿਹਾ ਵਾ, ਵੀਡੀਓਜ਼ ਆਥੈਂਟੀਕੇਟ ਕਰਕੇ ਉਹਨੇ 3 ਰਾਣਾ ਗੁਰਜੀਤ ਨੇ, ਮੈਂ ਕੱਲ ਸੁਣ ਰਿਹਾ ਸੀ, ਕੁਦਰਤੀ ਵੀਡੀਓ ਆ ਗਈ, ਉਹਨਾਂ ਨੇ ਕਿਹਾ ਕਿ ਕਟਾਰੂ ਚੱਕ ਦਾ ਮਸਲਾ ਜਿਵੇਂ ਪ੍ਰੈਜ਼ੈਂਟ ਕੀਤਾ ਜਾ ਰਿਹਾ ਐਡਾ ਮਸਲਾ ਨਹੀਂ ਹੈਗਾ। ਕਾਫੀ ਪੁਰਾਣੀ ਵੀਡੀਓ ਲੱਗ ਰਹੀ ਸੀ, ਉਹਨਾਂ ਦਿਨਾਂ ਦੀ ਵੀਡੀਓ ਸੀਗੀ ਇਹ। ਸਿਮਰਨ, ਜੋ ਰਾਣੇ ਗੁਰਜੀਤ ਵਾਸਤੇ ਕੋਈ ਗੇ ਕਲਚਰ, ਸੇਮ ਸੈਕਸ ਵਿੱਚ ਇੰਡਲਜ ਕਰਨਾ, ਕਿਸੇ ਨੂੰ ਐਕਸਪਲੋਇਟ ਕਰਨਾ, ਇਹ ਕੋਈ ਮਸਲਾ ਨਹੀਂਗਾ। ਇਹ ਫਿਰ ਉਹਦਾ ਆਪਣੀ ਜ਼ਹਿਨੀਅਤ ਆ। ਆਈ ਵਿਲ ਨਾਟ ਕਮੈਂਟ ਮੋਰ ਔਨ ਦੈਟ, ਬਟ ਇਟ ਇਜ਼ ਡੈਫੀਨੇਟਲੀ ਅੱਛਾ ਐਂ ਕਰੋ, ਇਹਨੂੰ ਕ੍ਰਾਈਮ ਨਾ ਮੰਨੋ। ਪਰ ਕੀ ਮਿਨਿਸਟਰ ਬਣ ਕੇ ਤੁਸੀਂ ਇਸ ਤਰ੍ਹਾਂ ਨੌਜਵਾਨਾਂ ਦਾ ਸ਼ੋਸ਼ਣ ਕਰਕੇ ਮਿਨਿਸਟਰ ਰਹਿ ਸਕਦੇ ਹੋ? ਇਹ ਪਹਿਲੀ ਸਰਕਾਰ ਹੈ। ਇਸ ਗੱਲ ਦਾ ਫਿਰ ਇਲੈਕਟੋਰਲ ਅਸਰ ਕਿਉਂ ਨਹੀਂ ਹੋਇਆ? ਤੁਸੀਂ ਇੰਨਾ ਰੌਲਾ ਪਾਇਆ, ਜਲੰਧਰ ਦੇ ਲੋਕਾਂ ਨੇ ਇਹ ਗੱਲ ਨਹੀਂ ਸੁਣੀ ਤੁਹਾਡੀ ਸਰਕਾਰੀ? ਮੈਂ ਤਾਂ ਜਲੰਧਰ 'ਚ ਗਿਆ ਹੀ ਨਹੀਂਗਾ, ਮੇਰੀ ਬਹੁਤ ਇਨਵੋਲਵਮੈਂਟ ਬਹੁਤ ਨੈਗਲੀਜੀਬਲ ਰਹੀ ਆ। ਹੁਣ ਗੱਲ ਇਹ ਆ ਕਿ ਇਹ ਜਿਹੜੀਆਂ ਬਾਈ ਇਲੈਕਸ਼ਨਸ ਆ ਨਾ, ਟਰਾਈ ਟੂ ਅੰਡਰਸਟੈਂਡ। ਪਹਿਲਾਂ ਤੁਸੀਂ ਟਰੈਕ ਰਿਕਾਰਡ ਦੇਖ ਲਓ, ਚਲੋ ਪੰਜਾਬ ਦਾ ਹੀ ਕੱਢ ਲਓ, 99% ਬਾਈ ਇਲੈਕਸ਼ਨਾਂ ਸਰਕਾਰਾਂ ਜਿੱਤਦੀਆਂ ਨੇ। ਪਹਿਲੀ ਹਾਰੇ ਸੰਗਰੂਰ, ਬਿਕੋਜ਼ ਇਹਨਾਂ ਨੂੰ ਹਲੇ ਹੱਥਕੰਡੇ ਨਹੀਂ ਸੀ ਪਤਾ। ਇਹਨਾਂ ਨੇ ਸਾਰੇ ਹੱਥਕੰਡੇ ਵਰਤੇ, ਪਰਚੇ ਸਰਪੰਚਾਂ ਤੇ ਕਾਉਂਸਲਰ ਚੱਕ ਲਏ, ਡਿਫੈਕਸ਼ਨਾਂ ਕਰਾਤੀਆਂ। ਪਹਿਲੀ ਗੱਲ ਤਾਂ ਰਿੰਕੂ ਸਾਡਾ ਲੈ ਕੇ ਗਏ ਨੇ। ਸੋ ਅਗਰ ਤੁਸੀਂ ਇਸ ਰਿਜ਼ਲਟ ਨੂੰ ਕਹੋ ਕਿ ਪੈਨ ਪੰਜਾਬ ਮੈਂਡੇਟ ਆ, ਇਟ ਇਜ਼ ਰੋਂਗ। ਅਸਲੀ ਮੈਂਡੇਟ ਆਵੇਗਾ 2024 ਦੀ ਲੋਕ ਸਭਾ ਦੇ ਵਿੱਚ। ਜੇ ਸੰਗਰੂਰ ਹਾਰੇ ਹੋ ਤੇ ਤੁਸੀਂ ਕਿਹਾ ਕਿ ਮੈਂਡੇਟ ਹੈ, ਜਲੰਧਰ ਜਿੱਤੇ ਤੁਸੀਂ ਕਿਹਾ ਪੈਨ ਪੰਜਾਬ ਮੈਂਡੇਟ ਨਹੀਂ ਹੈਗਾ। ਮੈਂ ਤਾਂ ਕਹਿੰਦਾ ਵਾਂ ਕਿ ਸੰਗਰੂਰ ਅਗਰ ਇਹ ਹਾਰੇ ਨੇ ਤਾਂ ਉਦੋਂ ਇਹਨਾਂ ਨੂੰ ਇਹ ਪੈਂਤੜੇ ਨਹੀਂ ਸੀ ਪਤਾ। ਹੁਣ ਤਾਂ ਆਪ ਕਹਿੰਦੇ ਨੇ ਕਿ ਸਾਨੂੰ ਅਸੀਂ ਪੈਂਤੜੇ ਸਾਰੇ ਸਿੱਖ ਲਏ ਨੇ ਹੁਣ। ਡਿਫੈਕਸ਼ਨ, ਪੈਸਾ, ਸ਼ਰਾਬ, ਇੰਨਾ ਵੱਡਾ ਡਿਫਰੈਂਸ ਹੈ। ਜੋ ਤੁਸੀਂ ਗੱਲਾਂ ਕਰਦੇ ਹੋ ਉਹ ਬਿਲਕੁਲ ਥੱਲੇ ਨੇ। ਜੇ ਮੈਂ ਸੀਐਮ ਸਾਹਿਬ ਨੂੰ ਸੁਣਦਾ ਜਾਂ ਆਮ ਆਦਮੀ ਪਾਰਟੀ ਜੋ ਗੱਲ ਕਿ ਟੇਲਾਂ ਤੱਕ ਪਾਣੀ ਪਹੁੰਚਾਤਾ, ਅਸੀਂ ਬਿਜਲੀ ਫ੍ਰੀ ਕਰਤੀ, 80% 85% ਘਰਾਂ ਦੇ ਬਿੱਲ ਕਹਿੰਦੇ ਜ਼ੀਰੋ ਆਏ ਹੈ, ਨਹਿਰਾਂ 'ਚ ਪਾਣੀ ਅੱਜ ਤੱਕ ਕਦੇ ਗਿਆ ਹੀ ਨਹੀਂ ਸੀ, ਉਹ ਕਹਿੰਦੇ ਅਸੀਂ ਪਹੁੰਚਾਤਾ। ਜਦੋਂ ਨਹਿਰਾਂ ਦੀ ਗੱਲ ਕਰਦੇ ਨੇ ਤਾਂ ਦੂਜੇ ਪਾਸੇ ਜਿੱਥੇ ਨਹਿਰਾਂ ਵਿੱਚ ਜਿਹੜੀਆਂ ਖਾਲ ਤੇ ਨਹਿਰਾਂ ਸੁੱਕੀਆਂ ਪਈਆਂ, ਉੱਥੋਂ ਵੀ ਵੀਡੀਓਜ਼ ਆ ਗਈਆਂ ਨੇ। ਇਹ ਬੇਸਿਕਲੀ ਪਾਰਟੀ ਇਜ਼ ਬੇਸਿਕਲੀ ਅ ਟ੍ਰੇਨਡ ਸੋਸ਼ਲ ਮੀਡੀਆ ਪਾਰਟੀ। ਇਹਨਾਂ ਦਾ ਕੰਮ ਹੀ ਇਹ ਆ, ਇਹ ਸਾਰਾ ਮੈਨੂਪੂਲੇਟਿਡ ਵੀਡੀਓਜ਼ ਆਉਂਦੀਆਂ ਸਾਰੀ ਸਟੇਟ 'ਚੋਂ। ਉਹ ਭੋਲੇ ਜਿਹੇ ਬੰਦਿਆਂ ਨੂੰ ਖੜੇ ਕਰਕੇ ਸਾਰਾ ਥੱਲਿਓਂ ਸਿਖਾਇਆ ਹੁੰਦਾ। ਫਿਰ ਕਿਸ ਤਰ੍ਹਾਂ ਇਹਨਾਂ ਨੂੰ ਰੀਚ ਵਧਾਉਣੀ, ਕਿੱਦਾਂ ਇਹਨੂੰ ਇੰਸਟਾਗ੍ਰਾਮ ਤੇ ਪਹੁੰਚਾਉਣਾ, ਕਿੱਦਾਂ WhatsApp ਗਰੁੱਪਾਂ 'ਚ ਪਾਉਣਾ, ਇਹ ਸਾਰੀ। ਓਵਰ ਕ੍ਰਿਟੀਕਲ ਨਹੀਂ ਹੋ ਜਾਂਦੇ ਤੁਸੀਂ ਕਈ ਵਾਰ? ਨੋ, ਇਟਸ ਅ ਫੈਕਟ। ਜਿਹੋ ਜੀ ਫੌਜ ਅੱਜ ਹੁਣ ਬਹੁਤ ਵਧੀਆ ਫੈਸਲਾ ਇੱਕ ਲਿਆ ਕਿ ਜਿਹੜੇ ਬੱਚਿਆਂ ਵਾਸਤੇ ਮੈਡੀਕਲ ਜਾਂ ਐਂਟਰੈਂਸ ਦੀ ਪੜ੍ਹਾਈ ਹੈ ਜਿਹੜੀ, ਉਹਦੇ ਵਾਸਤੇ ਫ੍ਰੀ ਖੋਲ੍ਹ ਦਿੱਤੇ ਆ, ਉਹ ਕਿ ਬੱਚੇ ਫ੍ਰੀ ਆਫ ਕਾਸਟ ਉੱਥੇ ਇਹਨਾਂ ਪੇਪਰਾਂ ਦੀ ਤਿਆਰੀ ਕਰਨਗੇ। ਚਲੋ ਉਹ ਤਾਂ ਕੋਈ ਮਾੜੀ ਗੱਲ ਨਹੀਂ। ਇਹ ਜਿਹੜਾ ਦੇਖੋ ਗੱਲ ਇਹ ਆ ਕਿ ਜਿਹੜਾ ਕੋਈ ਚੰਗਾ ਕੰਮ ਕਰਨਗੇ, ਸ਼ੁਰੂਆਤ ਵਿੱਚ ਇਹਨਾਂ ਨੇ 2-4 ਅੱਛੀਆਂ ਗੱਲਾਂ ਕੀਤੀਆਂ ਸੀ, ਸਵਾਗਤ ਕੀਤਾ। ਸਿਕਿਉਰਿਟੀ ਦੀ ਗੱਲ ਕਰ ਲਓ ਤੁਸੀਂ। ਪਹਿਲਾਂ ਆਉਂਦਿਆਂ ਨੇ ਸਿਕਿਉਰਿਟੀ ਪ੍ਰੂਵ ਕੀਤੀ, ਪਰ ਮੈਨੂੰ ਇਹ ਦੱਸੋ ਕਿ ਇਹਨਾਂ ਦੀ ਸਿਕਿਉਰਿਟੀ ਦਾ ਕੀ ਹਾਲ ਆ? ਭਗਵੰਤ ਮਾਨ ਦੇ ਆਪਣੇ ਪਰਿਵਾਰ ਦੇ ਕੋਲ ਕਿੰਨੀ ਸਿਕਿਉਰਿਟੀ ਹੈ? ਕੀ ਇਹਨਾਂ ਨੇ ਕਿਹਾ ਨਹੀਂ ਸੀਗਾ ਉੱਥੇ ਜਦੋਂ ਗੱਲ ਸ਼ੁਰੂ ਲਾਂਚ ਕੀਤੀ ਕਿ ਅਸੀਂ ਨਾ ਸਰਕਾਰੀ ਕੋਠੀ ਲਵਾਂਗੇ, ਨਾ ਗੱਡੀ ਲਵਾਂਗੇ, ਨਾ ਸਿਕਿਉਰਿਟੀ? 1000 ਆਦਮੀ ਆ। 10 ਸਾਲ ਹੋ ਗਏ ਉਸ ਗੱਲ ਨੂੰ। ਕੇਜਰੀਵਾਲ ਸਾਹਿਬ ਨੇ ਪੁਰਾਣੀ ਗੱਲ ਕੀਤੀ। ਨਹੀਂ, ਪੁਰਾਣੀ ਭਾਵਾਂ ਹੋਵੇ, ਗੱਲ ਤਾਂ ਸਿਧਾਂਤ ਦੀ ਹੁੰਦੀ ਜੀ।
ਹੁਣ ਕੇਜਰੀਵਾਲ 45 ਕਰੋੜ ਰੁਪਏ ਕੋਠੀ ਤੇ ਲਾ ਕੇ ਉਹ ਮਤਲਬ ਟੀਟ ਹੋ ਗਏ ਨੇ, ਕਹਿੰਦੇ ਜੋ ਤੁਸੀਂ ਕ੍ਰਿਟਿਸਾਈਜ਼ ਕਰਨਾ ਕਰੀ ਚਲੋ। ਸਿਧਾਂਤਕ ਗੱਲ ਆ ਕਿ ਜਿਹੜੀਆਂ ਗੱਲਾਂ ਇਹਨਾਂ ਨੇ ਕੀਤੀਆਂ ਉਹ ਤੋਂ ਪਿੱਛੇ ਹਟੇ ਨੇ, ਉਹੀ ਗੱਲਾਂ ਲੋਕ ਲੱਭ ਕੇ ਟੋਕ ਰਹੇ ਨੇ ਇਹਨਾਂ ਨੂੰ। ਸਾਰੇ ਮਿਨਿਸਟਰਸ ਲੱਭ ਕੇ 6 ਫੁੱਟ 2 ਇੰਚ ਜਵਾਨ ਕਮਾਂਡੋਜ਼ ਜਸਟ ਟੂ ਇੰਟੀਮੀਡੇਟ ਪੀਪਲ, ਸ਼ੋ ਟੂ ਜਿੱਦਾਂ ਕਹਿੰਦੇ ਸੋਸ਼ਲ ਸਟੇਟਸ ਇੱਕ ਬਣਾਉਣ ਵਾਸਤੇ ਇਹਨਾਂ ਦੇ MLA ਸਾਰਿਆਂ ਨੇ ਉਹ ਕਾਲੇ ਟੀ-ਸ਼ਰਟਸ ਪਵਾ ਕੇ ਥੱਲੇ ਉਹ ਪੈਰਾ ਵਾਲੀਆਂ ਪੈਂਟਾਂ ਪਵਾ ਕੇ। ਪਹਿਲਾਂ ਵੀ ਸੀ ਉਹ। ਨੋ ਸਾਰਿਆਂ ਨਾਲ ਚੱਲਦੇ, ਸੁਖਬੀਰ ਬਾਦਲ ਨਾਲ, ਵਿਕਰਮ ਮਜੀਠੀਆ ਦੇ ਨਾਲ ਚੱਲਦੇ ਰਹੇ ਕਿਸੇ ਵੇਲੇ। MLAs ਕੋਲ ਕਿਹਦੇ ਕੋਲ ਚੱਲਦੇ ਆ? ਭਗਵੰਤ ਮਾਨ ਕੋਲ ਹੀ ਚੱਲ ਰਹੇ ਆ। ਤੁਸੀਂ ਇਹਨਾਂ ਦੇ MLAs ਕੋ ਦੇਖੋ, ਸਾਰਿਆਂ ਦੇ ਕੋਲ ਅੱਛਾ ਸਾਰੇ ਮਿਨਿਸਟਰਸ ਕੋ ਇਦਾਂ ਦੇ ਕੱਪੜਿਆਂ ਵਾਲੇ ਸੇਮ ਚਲੋ ਮੈਨੂੰ ਇਹ ਗੱਲ ਦਾ ਇਤਰਾਜ਼ ਨਹੀਂਗਾ। ਮੈਂ ਗੱਲ ਕਹਿ ਰਿਹਾ ਕਿ ਜਿਹੜੇ ਆਦਮੀ ਸਿਕਿਉਰਿਟੀ ਦਾ ਵਿਰੋਧ ਕਰਦੇ ਸੀ ਕਿ ਅਸੀਂ ਤਾਂ ਸਧਾਰਨ ਬੰਦੇ ਆ, ਉਹਨਾਂ ਦਾ ਹਸ਼ਰ ਤੁਸੀਂ ਦੇਖ ਲਓ, ਇਹਨਾਂ ਦੇ ਕਨਵੋਇਸ ਦੇਖ ਲਓ, ਇਹਨਾਂ ਦਾ ਤਰੀਕੇਕਾਰ ਤੁਸੀਂ ਦੇਖ ਲਓ। ਮੈਂ ਇਹ ਗੱਲ ਦਾ ਉਦਾਹਰਨ ਦੇ ਰਿਹਾ, ਤੁਸੀਂ ਕਹਿੰਦੇ ਕ੍ਰਿਟੀਕਲ ਟੋਲ ਪਲਾਜ਼ੇ ਬੰਦ ਹੋਏ। ਮੈਂ ਕ੍ਰਿਟੀਕਲ ਦੇ ਤਾਂ ਆ ਰਿਹਾ ਕਿ ਕੱਲ ਭਗਵੰਤ ਮਾਨ ਨੇ ਗੱਲ ਕੀਤੀ ਜਿਹੜੀ ਲੌਜੀਕਲ ਵੀ ਲੱਗੀ ਕਿ ਉਹ ਕਹਿੰਦੇ ਜੇ ਮੈਂ ਮਿਆਦ ਵਧਾ ਸਕਦਾ ਸੀ, ਮੇਰੇ ਹੱਥ ਵਿੱਚ ਸੀ, ਮੈਂ ਨਹੀਂ ਵਧਾਈ ਮਿਆਦ। ਮੈਂ ਵੀ ਚਾਹੁੰਦਾ ਇਹਦੇ ਚੋਂ ਪੈਸਾ ਖਾ ਕੇ ਮਿਆਦ ਵਧਾ ਦਿੰਦਾ। ਪ੍ਰਗਟ ਸਿੰਘ ਨੇ ਇੱਕ ਬੜੀ ਐਕਸਪਲੇਨੇਟਰੀ ਪੋਸਟ ਪਾਈ ਆ ਕਿ ਇਹ ਜਿਹੜੀ ਮਿਆਦ ਇਹਨਾਂ ਦੇ ਟਾਈਮ ਦੇ ਵਿੱਚ ਵਧੀ ਆ। ਕੁਝ ਸਮਾਂ ਜਿਹੜਾ 476 ਦਿਨ ਦਾ ਗਿਣਾ ਰਹੇ ਸੀਗੇ, ਇਹਨਾਂ ਦੇ ਸਮੇਂ ਦੇ ਵਿੱਚ ਵੀ ਬਣੀ ਹੈ। ਇਟਸ ਔਨ ਦਾ ਟਵਿੱਟਰ, ਮੈਂ ਵੀ ਰੀਟਵੀਟ ਕੀਤੀ ਆ। ਮਨਿਕ ਜਿਹੜਾ RTI ਐਕਟਿਵਿਸਟ ਹੈਗਾ ਗੋਲ। ਸੋ ਮੈਂ ਪਤਾ ਕਿ ਹਰ ਗੱਲ ਦਾ ਨਹੀਂ ਕਹਿ ਰਿਹਾ, ਪਰ ਮੈਂ ਮੋਟੇ ਤੌਰ ਤੇ ਤੁਹਾਨੂੰ ਕਹਿਣਾ ਚਾਹੁੰਦਾ ਕਿ ਜਿੰਨੇ ਵੀ ਇਹਨਾਂ ਨੇ ਸਿਧਾਂਤ ਘੜੇ ਸੀਗੇ ਉਹਨਾਂ ਸਿਧਾਂਤਾਂ ਤੋਂ ਕੰਪਲੀਟ ਉਲਟਾ। ਹਾਂ, ਇੱਕ ਦਿਨ ਭਗਵੰਤ ਮਾਨ ਆਣ ਕੇ ਕਹੇ ਅਸੀਂ ਮੁੱਕਰ ਗਏ ਹਾਂ, ਅਸੀਂ ਉਸ ਗੱਲ ਦਾ ਕ੍ਰਿਟਿਸਿਜ਼ਮ ਬੰਦ ਕਰ ਦਿੰਦੇ ਕਿ ਇਹਨਾਂ ਗੱਲਾਂ ਤੋਂ ਅਸੀਂ 5 ਸਿਧਾਂਤ ਘੜੇ ਸੀਗੇ। ਕਿਹੜੇ ਘੜੇ ਸੀ ਦੱਸੋ ਜਰਾ। ਲੋਕਪਾਲ ਕਿੱਥੇ ਹੈ ਦੱਸਿਓ ਜਰਾ। ਨਾ ਦਿੱਲੀ 'ਚ ਲੋਕਪਾਲ ਲੱਭਦਾ ਤੇ ਨਾ ਪੰਜਾਬ 'ਚ ਲੋਕਪਾਲ ਲੱਭਦਾ। ਇਹੀ ਸੀ ਨਾ ਇੱਕ ਮੇਨ ਸਿਧਾਂਤ। ਇੱਕ ਅਸੀਂ ਜੀ ਸਿਕਿਉਰਿਟੀ ਨਹੀਂ ਲਵਾਂਗੇ, ਬੜਾ ਖਰਚਾ ਹੁੰਦਾ। ਕਿੰਨਾ ਖਰਚਾ ਕਰ ਰਹੇ ਨੇ? ਸਾਡਾ ਜਹਾਜ਼ ਉੱਡ ਰਿਹਾ ਸਾਰੇ ਦੇਸ਼ ਦੇ ਵਿੱਚ ਸਿਰਫ। ਔਰ ਗੱਲ ਠੀਕ ਕਹੀ ਸੀਗੀ ਹੋਮ ਮਿਨਿਸਟਰ ਆਫ ਇੰਡੀਆ ਨੇ ਕਿ ਪਾਇਲਟ ਆ, ਆਈ ਵੁੱਡ ਸੇ ਹੀ ਇਜ਼ ਅ ਡਰਾਈਵਰ। ਇਹਨੂੰ ਚੱਕਦੇ ਨੇ ਇੱਥੋਂ ਕੇਜਰੀਵਾਲ ਨੂੰ, ਕਦੀ ਤਾਮਿਲਨਾਡੂ ਜਾ ਰਿਹਾ ਸਾਡਾ ਜਹਾਜ਼, ਕਦੀ ਤੇਲੰਗਾਨਾ ਜਾ ਰਿਹਾ ਵਾ, ਕਦੀ ਛੱਤੀਸਗੜ੍ਹ ਵਿੱਚ ਜਾ ਰਿਹਾ, ਕਦੀ ਆਂਧਰਾ ਪ੍ਰਦੇਸ਼ ਵਿੱਚ ਜਾ ਰਿਹਾ ਵਾ। ਵਾਟ ਇਜ਼ ਆਲ ਦਿਸ? ਕੀ ਤੁਸੀਂ ਖਰਚਾ ਘਟਾਉਣ ਵਾਸਤੇ ਆਏ ਹੋ ਸਰਕਾਰ ਬਣਾ ਕੇ ਕਿ ਖਰਚਾ ਵਧਾਉਣ? ਔਰ ਇਸ ਗੱਲ ਦਾ ਪ੍ਰਮਾਣ ਸਾਹਮਣੇ ਆ ਗਿਆ ਕਿ ਪਹਿਲੇ ਸਾਲ ਵਿੱਚ ਆਲਮੋਸਟ 35 ਤੋਂ 40 ਹਜ਼ਾਰ ਕਰੋੜ ਦੇ ਕਰਜ਼ੇ ਦਾ ਇਜ਼ਾਫਾ ਹੋਇਆ ਵਾ। ਹੁਣ ਆ ਜਾਓ ਤੁਸੀਂ ਗੱਲ ਜਿਹੜੀਆਂ ਫ੍ਰੀਬੀਜ਼। ਪਰਸਨਲੀ ਆਈ ਐਮ ਅਗੇਂਸਟ ਫ੍ਰੀਬੀਜ਼। ਠੀਕ ਹੈ, ਸਾਡੀ ਪਾਰਟੀ ਵੀ ਦੇ ਰਹੀ ਆ ਕਰਨਾਟਕਾ 'ਚ। ਮੈਂ ਪਰਸਨਲੀ ਕਹਿ ਰਿਹਾ ਫਿਰ, ਕਿਉਂਕਿ ਇਹਦੇ ਨਾਲ ਕੀ ਆ ਕਿ ਬਿਲਕੁਲ ਬੇੜਾ ਗਰਕ ਹੋ ਰਿਹਾ। ਹਾਂ, ਸੋਸ਼ਲ ਵੈਲਫੇਅਰ ਸਕੀਮਸ ਜਿਹੜੀਆਂ ਗਰੀਬਾਂ ਲਈ, ਵਿਧਵਾ ਔਰਤਾਂ ਲਈ, ਬਜ਼ੁਰਗ ਬੰਦਿਆਂ ਲਈ ਉਹ ਪਰਮਿਸਿਬਲ ਆ। ਜਿਹੜੇ ਚੰਗੇ ਵਿਕਸਿਤ ਮੁਲਕ ਵੀ ਜਿਨ੍ਹਾਂ ਦੇ ਕੋਲ ਬਹੁਤ ਪੈਸਾ ਵਾ, ਦੇ ਡੂ ਨਾਟ ਇੰਡਲਜ ਇਨ ਆਲ ਦਿਸ ਫ੍ਰੀਬੀਜ਼। ਇਹਦੇ ਨਾਲ ਤੁਹਾਡਾ ਵਰਕ ਕਲਚਰ ਖਰਾਬ ਹੋ ਰਿਹਾ, ਤੁਹਾਡੀ ਜਿਹੜੀ ਸਾਰੀ ਇਕੋਨਮੀ ਖਰਾਬ ਹੋ ਰਹੀ ਆ, ਕਰਜ਼ੇ ਤੇ ਕਰਜ਼ਾ ਚੜ ਰਿਹਾ ਹੈਗਾ। ਉਸੇ ਕਰਜ਼ੇ ਦੇ ਕਰਕੇ ਜਿਹੜੇ ਅਸਲ ਇਸ਼ੂਜ਼ ਨੇ ਉਹ ਸਾਡੇ ਸਾਰੇ ਬੈਕਡ੍ਰੌਪ ਤੇ ਚਲ ਜਾਂਦੇ ਆ। ਅਗਰ ਤੁਸੀਂ ਕੁਝ ਕਰਨਾ ਵੀ ਆ, ਅਗਰ ਫ੍ਰੀਬੀਜ਼ ਦੇਣੀਆਂ, ਤੇ ਇਹਦੇ ਨਾਲੋਂ ਬੈਟਰ ਹੈਗਾ ਕਿ ਤੁਸੀਂ ਐਜੂਕੇਸ਼ਨ ਤੇ ਹੈਲਥ ਕੇਅਰ ਵਿੱਚ ਲੋਕਾਂ ਨੂੰ ਰਿਲੀਫ ਦਿਓ। ਇਹ ਦੋ ਗੱਲਾਂ ਆਮ ਜਨਤਾ ਦੀ ਪਹੁੰਚ ਤੋਂ ਬਾਹਰ। ਪੜ੍ਹਾਈ ਫਿਰ ਵੀ ਪਹੁੰਚ ਆ। ਮੁਹੱਲਾ ਕਲੀਨਿਕ ਖੋਲੇ, ਹੈਲਥ ਕੇਅਰ ਉਹ ਬੋਗਸ ਹੈ ਜੀ ਬਿਲਕੁਲ। ਹੁਣ ਤੁਸੀਂ ਦੇਖ ਲਓ, ਦੇ ਆਰ ਰਿਵਰਟਿੰਗ ਬੈਕ ਅਗੇਨ। ਸਾਰੇ ਮੁਹੱਲਾ ਕਲੀਨਿਕਸ ਵਿੱਚ ਪਹਿਲਾਂ ਰੂਰਲ ਹੈਲਥ ਹਸਪੀਟਲਸ, ਰੂਰਲ ਡਿਸਪੈਂਸਰੀ 'ਚੋਂ ਸਟਾਫ ਚੱਕ ਕੇ ਉੱਧਰ ਲੈ ਗਏ। ਔਰ ਜਿਹੜਾ ਕੇਂਦਰ ਦੀ ਸਕੀਮ ਦਾ ਪੈਸਾ ਸੀਗਾ ਉਹ ਸਾਰਾ ਆਮ ਆਦਮੀ ਪਾਰਟੀ ਦੇ ਕਰਤਾ। ਜਦੋਂ ਉਹਨਾਂ ਨੇ ਟੋਕਿਆ ਕਿ ਤੁਸੀਂ ਇਹ ਕਰੋ ਬੰਦ, ਹੁਣ ਨਾਓ ਦੇਰ ਅਗੇਨ ਰਿਵਰਟਿੰਗ ਬੈਕ ਟੂ ਦਾ ਰੂਰਲ ਹੈਲਥ ਜਿਹੜੇ ਹਸਪੀਟਲਸ ਤੇ ਡਿਸਪੈਂਸਰੀਜ਼। ਸਿਰਫ ਫੱਟਾ ਉੱਥੇ ਆਮ ਆਦਮੀ ਕਲੀਨਿਕ ਦਾ ਵਾ। ਜਾਂ ਤਾਂ ਦੱਸੋ ਮੈਨੂੰ ਆਮ ਆਦਮੀ ਕਲੀਨਿਕ ਦਾ ਕੋਈ ਨਵਾਂ ਕਨਸੈਪਟ ਜਿਹਦੇ ਲਈ ਨਵਾਂ ਬਜਟ ਐਲੋਕੇਸ਼ਨ ਤੇ ਉਹ ਕਾਮਯਾਬ ਹੋਇਆ ਹੋਵੇ। ਬਹੁਤ ਸਾਰੀਆਂ ਕੰਪਨੀਜ਼ ਜਿਨ੍ਹਾਂ ਨੂੰ ਬਲੱਡ ਟੈਸਟ ਵਗੈਰਾ, ਲੈਬੋਰਟਰੀ ਸਾਰੇ ਭੱਜ ਭੁੱਜ ਗਏ ਨੇ, ਉਹਨੂੰ ਪੇਮੈਂਟ ਹੀ ਨਹੀਂ ਹੋਈ। ਡਾਕਟਰਸ ਹੀ ਹੈ ਨਹੀਂ ਗੇ। ਦੇਖੋ 29,000 ਕਹਿੰਦੇ ਅਸੀਂ ਮੁਲਾਜ਼ਮ ਭਰਤੀ ਕੀਤਾ ਨੌਕਰੀ, ਤੇ ਫਿਰ ਧਰਨੇ ਕਿਉਂ ਵੱਜ ਰਹੇ ਪੰਜਾਬ ਦੇ ਵਿੱਚ? ਹਲੇ ਵੀ ਵੱਜ ਰਹੇ ਨੇ। ਸੰਗਰੂਰ ਜਿਹੜੇ ਕੁੱਟੇ ਗਏ ਅਧਿਆਪਕ ਕੀ ਮੰਗ ਰਹੇ ਨੇ ਉਹ? ਕੀ ਅੱਛਾ ਹੁਣ ਦੱਸੋ, ਲੈਟਸ ਕਮ ਟੂ ਦਾ ਰਿਐਲਿਟੀ। ਮੈਂ ਕਹਿੰਦਾ ਜੀ 29,000 ਭਰਤੀ ਕੀਤਾ, ਬਹੁਤ ਵਧੀਆ ਕੀਤਾ। ਕੀ 29,000 ਨਾਲ ਅਨਐਮਪਲੋਇਮੈਂਟ ਖਤਮ ਹੋ ਗਈ ਪੰਜਾਬ ਦੀ? ਐਟ ਐਨੀ ਗਿਵਨ ਪੁਆਇੰਟ ਪੰਜਾਬ ਦੇ ਵਿੱਚ 25 ਲੱਖ ਨੌਜਵਾਨ ਬੇਰੁਜ਼ਗਾਰ ਆ। ਪਰ ਉਹ 1 ਸਾਲ 'ਚ ਥੋੜੀ, 1.5 ਸਾਲ 'ਚ ਥੋੜੀ। ਮੈਂ ਕਹਿੰਦਾ 50 ਸਾਲਾਂ 'ਚ ਤੁਸੀਂ ਕਿੰਨੇ ਕਰ ਲਓਗੇ ਭਰਤੀ? ਦ ਚੈਲੰਜ ਇਜ਼ ਕਲੋਸਲ। ਬਜਾਏ ਕਿ ਅਸੀਂ ਸਭ ਕੁਝ ਮੁਫਤ ਕਰਨ ਦੇ, ਆਹ ਕੰਮ ਜਿਹੜੇ ਕਰਨ ਵਾਲੇ ਨੇ, ਜਿਹੜੇ ਆਪਣੇ ਨੌਜਵਾਨ ਸਾਡੇ ਦੇਸ਼ ਇੱਥੋਂ ਪੰਜਾਬ ਛੱਡ ਕੇ ਦੇਸ਼ ਨੂੰ ਬੇਤਹਾਸ਼ਾ ਵੱਡੀ ਸਪੀਡ ਵਿੱਚ ਜਾ ਰਹੇ ਨੇ। ਅਗਰ ਇਸੇ ਸਪੀਡ ਨਾਲ ਸਾਡਾ ਪੰਜਾਬ ਦਾ ਨੌਜਵਾਨ ਵਿਦੇਸ਼ਾਂ 'ਚ ਜਾਂਦਾ ਰਹੇ, ਪੰਜਾਬ ਤਾਂ ਅਸੀਂ 10-12 ਸਾਲ 'ਚ ਆਪਣੀਆਂ ਪੱਗਾਂ ਹੀ ਨਹੀਂ ਦਿਸਣੀਆਂ। ਤੁਹਾਡਾ ਇਲਾਕਾ ਤਾਂ ਵੈਸੇ ਹੀ ਪਹਿਲਾਂ ਹੀ ਖਾਲੀ ਹੋਇਆ ਹੋਇਆ। ਇਕੱਲਾ ਮੇਰਾ ਨਹੀਂ, ਹੁਣ ਇਕੱਲਾ ਦੁਆਬਾ ਨਹੀਂ, ਮਾਝਾ, ਮਾਲਵਾ, ਬਲਕਿ ਇਟਸ ਗੋਨ ਡੀਪ ਡਾਊਨ ਇਨਟੂ ਮਾਲਵਾ, ਬਠਿੰਡਾ, ਮਾਨਸਾ, ਜਿੱਥੇ ਕਦੀ ਨਹੀਂ ਸੀ ਕੋਈ ਜਾਂਦਾ।
ਮੈਂ ਤਾਂ ਹੀ ਉਹ ਬਿੱਲ ਤੇ ਜ਼ੋਰ ਦੇ ਰਿਹਾ ਸੀਗਾ ਕਿ ਜਿਹੜਾ ਹਿਮਾਚਲ ਪ੍ਰਦੇਸ਼ ਦਾ ਇੱਕ ਲੈਂਡ ਰਿਫਾਰਮਸ ਟੈਨੈਂਸੀ ਐਕਟ 1972 ਮੈਂ ਲਿਖ ਕੇ ਦਿੱਤਾ ਹੋਇਆ ਸਪੀਕਰ ਨੂੰ ਕਿ ਕਾਈਂਡਲੀ ਇਹਨੂੰ ਇੰਪਲੀਮੈਂਟ ਕਰੋ ਔਰ ਉਸ ਕਾਨੂੰਨ ਦੇ ਮੁਤਾਬਕ ਕਿ ਬਿਨਾਂ ਸ਼ਰਤ ਤੋਂ ਜਿਹੜਾ ਮਰਜ਼ੀ ਆਣ ਕੇ ਮਾਲਕ ਨਹੀਂ ਬਣ ਸਕਦਾ ਪੰਜਾਬ ਦੇ ਵਿੱਚ, ਜਿਹੜਾ ਮਰਜ਼ੀ ਆਣ ਕੇ ਵੋਟਰ ਨਹੀਂ ਬਣ ਸਕਦਾ, ਕਿਉਂਕਿ ਜਿਹੜੀ ਸਾਡੀ ਪੋਪੂਲੇਸ਼ਨ ਸ਼ਿਫਟ ਹੋ ਰਹੀ ਹੈ ਕੈਨੇਡਾ ਤੇ ਦੂਜੇ ਦੇਸ਼ਾਂ ਨੂੰ, ਇਹ ਬਹੁਤ ਤੇਜ਼ੀ ਨਾਲ ਜਾ ਰਹੀ ਆ। ਮੈਂ ਤੁਹਾਨੂੰ ਫਿਰ ਕਹਿ ਰਿਹਾ ਪੋਸੀਬਲ ਹੈ ਲੈ ਕੇ ਆਉਣਾ ਈਜ਼ੀਲੀ। ਹਿਮਾਚਲ ਨੇ ਜੇ ਕੀਤਾ ਹੋਇਆ, ਤੁਸੀਂ ਹਿਮਾਚਲ 'ਚ ਮੈਨੂੰ ਕੁਝ ਜ਼ਮੀਨ ਖਰੀਦ ਕੇ ਦਿਖਾਓ। ਔਰ ਬੜਾ ਸਿਆਣਾ ਉਹਨਾਂ ਦਾ ਚੀਫ ਮਿਨਿਸਟਰ ਸੀ ਮਿਸਟਰ ਵਾਈ.ਐਸ. ਪਰਮਾਰ ਸੀਗੇ, ਡਾਕਟਰ ਵਾਈ.ਐਸ. ਪਰਮਾਰ। ਉਹਨਾਂ ਨੇ 72 ਸੈਂਸ ਕਰ ਲਿਆ ਕਿ ਯਾਰ ਜੇ ਹਿਮਾਚਲ 'ਚ ਅਸੀਂ ਇਹ ਨਾਲ ਕਾਨੂੰਨ ਲਿਆਂਦਾ, ਇਹ ਤਾਂ ਦਿੱਲੀ ਦੇ ਤੇ ਬੰਬੇ ਦੇ ਤੇ ਕਲਕੱਤੇ ਦੇ ਅਮੀਰ ਆਦਮੀ ਆਣ ਕੇ ਸਾਡੇ ਸਾਰੇ ਬਾਗ ਖਰੀਦ ਲੈਣਗੇ। ਬਿਲਕੁਲ ਉਹਨਾਂ ਦੀ ਆਇਡੈਂਟੀਟੀ ਖਤਮ ਹੋ ਜੂਗੀ। ਲਾਈਕਵਾਈਜ਼ ਪੰਜਾਬ, ਔਰ ਦਿਸ ਲਾਅ ਇਜ਼ ਆਲਸੋ ਐਪਲੀਕੇਬਲ ਇਨ ਰਾਜਸਥਾਨ, ਇਟ ਇਜ਼ ਆਲਸੋ ਐਪਲੀਕੇਬਲ ਇਨ ਗੁਜਰਾਤ। 3 ਸਟੇਟਾਂ 'ਚ ਆਲਰੇਡੀ ਜੇ ਉੱਥੇ ਹੋ ਸਕਦਾ ਸਾਡੇ ਕੋਲ ਗੁਜਰਾਤ 'ਚ ਵੀ ਨਹੀਂ ਖਰੀਦ ਸਕਦੇ, ਨਹੀਂ ਖਰੀਦ ਸਕਦੇ। ਤੁਸੀਂ ਜਾ ਕੇ ਰਾਜਸਥਾਨ 'ਚ ਵੀ ਨਹੀਂ ਲੈ ਸਕਦੇ, ਹਿਮਾਚਲ 'ਚ ਵੀ ਨਹੀਂ ਲੈ ਸਕਦੇ। ਸ਼ਰਤਾਂ ਪੂਰੀਆਂ ਕਰੋ। ਮੈਂ ਕਿਸੇ ਦੇ ਇੰਪਲੋਇਮੈਂਟ ਦੇ ਖਿਲਾਫ ਨਹੀਂਗਾ। ਗੈਰ ਪੰਜਾਬੀ ਪੰਜਾਬ ਵਿੱਚ 100 ਵਾਰੀ ਆਉਣ, ਪੈਸੇ ਕਮਾਉਣ। ਤੁਸੀਂ ਪ੍ਰਵਾਸੀਆਂ ਸ਼ਰਤਾਂ ਪਿਛਲੇ ਦਿਨਾਂ 'ਚ ਬਹੁਤ ਮੁੱਦਾ ਚੱਲਿਆ ਕਿ ਪੰਜਾਬੀਆਂ ਨੂੰ ਪੰਜਾਬ 'ਚੋਂ ਕੱਢੋ, ਪ੍ਰਵਾਸੀਆਂ ਨੂੰ ਕੱਢਣਾ ਨਹੀਂ ਕਿਸੇ ਨੂੰ, ਕੱਢ ਦਿਓ। ਨਹੀਂ ਕੱਢਣਾ ਨਹੀਂਗਾ। ਲੈਟ ਮੀ ਕਮ ਬੈਕ ਟੂ ਇਟ। ਚੰਨੀ ਸਾਹਿਬ ਨੇ ਵੀ ਇੱਕ ਬਿਆਨ ਦਿੱਤਾ ਸੀ ਇਲੈਕਸ਼ਨਾਂ ਤੋਂ ਪਹਿਲਾਂ ਪ੍ਰਿਯੰਕਾ ਗਾਂਧੀ ਦੀ ਮੌਜੂਦਗੀ। ਮੇਰਾ ਨਜ਼ਰੀਆ ਹੋਰ ਆ। ਮੈਂ ਕਹਿੰਦਾ ਇੱਕ ਲਾਅ ਬਣਨਾ ਚਾਹੀਦਾ, ਉਹਦੇ ਕੰਡੀਸ਼ਨਸ ਹੁੰਦੀਆਂ ਨੇ। ਅਸੀਂ ਕਿਸੇ ਨੂੰ ਰੋਕ ਵੀ ਨਹੀਂ ਸਕਦੇ। ਜਿਹੜਾ ਵੀ ਆਊਗਾ ਆ ਸ਼ਰਤਾਂ ਪੂਰੀਆਂ ਕਰੇ, ਜੀ ਸੱਦ ਕੇ ਪੰਜਾਬ ਦੇ ਵਿੱਚ ਪੱਕੇ ਤੌਰ ਤੇ ਵਸੇ। ਉਹਨੂੰ ਥੋੜਾ ਜਿਹੜਾ ਰੈਂਡਮਲੀ ਆ ਰਹੇ ਨੇ, ਸਾਰੇ ਪੰਜਾਬ ਦੇ ਸਾਰੇ ਪਾਸਿਆਂ ਤੋਂ, ਬਾਰਡਰਾਂ ਤੋਂ ਲੋਕੀ ਆਣ ਕੇ ਇੱਥੇ ਸ਼ਿਫਟ ਕਰ ਰਹੇ ਨੇ, ਉਹਦੇ ਨਾਲ ਸਾਡਾ ਆਬਾਦੀ ਦਾ ਸੰਤੁਲਨ, ਡੈਮੋਗ੍ਰਾਫਿਕ ਸਿਚੁਏਸ਼ਨ ਚੇਂਜ ਹੋ ਰਹੀ, ਸਾਡੀ ਆਈਡੈਂਟੀਟੀ ਕ੍ਰਾਈਸਿਸ ਆ। ਤਾਂ ਕਰਕੇ ਮੈਂ ਕਹਿ ਰਿਹਾ ਵਾਂ ਅਸੀਂ ਕਿਸੇ ਦੇ ਖਿਲਾਫ ਨਹੀਂ। ਭਾਵੇਂ ਇੰਡਸਟਰੀਅਲ ਇਨਵੈਸਟਮੈਂਟ ਆ, ਦੇਰ ਆਰ ਸਰਟਨ ਕੰਡੀਸ਼ਨਸ। ਜਿੰਨੀ ਮਰਜ਼ੀ ਵੱਡੀ ਇੰਡਸਟਰੀ ਲਾਓ ਤੁਸੀਂ ਨੌਨ ਪੰਜਾਬੀ ਆਣ ਕੇ, ਵੀ ਆਰ ਨਾਟ ਅਗੇਂਸਟ ਇਟ। ਜਸਟ ਫੋਲੋ ਸਿੰਪਲੀ ਦ ਰੂਲਸ ਆਫ ਹਿਮਾਚਲ ਪ੍ਰਦੇਸ਼। ਹਿਮਾਚਲ ਆਪਣੇ ਇੰਡੀਆ ਦੀ ਸਟੇਟ ਹੀ ਹੈ ਨਾ, ਤਾਂ ਜਸਟ ਫੋਲੋ ਦੈਟ ਐਕਟ। ਹੁਣ ਇਹਨਾਂ ਨੇ ਕੀ ਕੀਤਾ, ਨਾ ਮੇਰਾ ਐਕਟ ਕਰਦੇ ਨੇ ਰਿਜੈਕਟ ਬਿੱਲ, ਤੇ ਨਾ ਕਰਦੇ ਨੇ ਪਾਸ। ਹਾਂ, ਰੱਖਿਆ ਹੋਇਆ। ਮੈਂ ਦੁਬਾਰਾ ਪੁੱਛਦਾ ਵਾਂ, ਕਹਿੰਦੇ ਜੀ ਅਸੀਂ ਹਲੇ ਆਪਣੇ ਲੀਗਲ ਓਪੀਨੀਅਨ ਵਾਸਤੇ ਭੇਜਿਆ ਹੋਇਆ। ਉਹਦਾ ਕਾਰਨ ਹੈ ਕੇਜਰੀਵਾਲ ਐਂਡ ਪਾਰਟੀ ਇਹ ਕਾਨੂੰਨ ਬਣਨ ਨਹੀਂ ਦੇਣਗੇ। ਤੇ ਸੰਧਵਾਂ ਤੇ ਭਗਵੰਤ ਮਾਨ ਦੇ ਵਿੱਚ ਇੰਨੀ ਹਿੰਮਤ ਨਹੀਂ ਕਿ ਕਾਨੂੰਨ ਇਕੱਲੇ ਇੱਥੇ ਬਣਾ ਲੈਣ, ਕਹਾਣੀ ਇੱਥੇ ਫਸੀ ਹੋ ਜਾਣਗੇ। ਖਹਿਰਾ ਸਾਹਿਬ, ਕਿਤੇ ਅੰਦਰੋਂ ਗਰਜ ਜਿਹਾ ਤਾਂ ਨਹੀਂ ਆਉਂਦਾ ਵੀ ਅੱਜ ਨਾਲ ਹੁੰਦੇ, ਕਿਤੇ ਚੁੱਪਚਾਪ ਬੈਠੇ ਰਹਿੰਦੇ, ਸ਼ਾਇਦ ਸੀਐਮ ਨਹੀਂ ਤਾਂ ਡਿਪਟੀ ਸੀਐਮ ਹੁੰਦੇ? ਨਹੀਂ ਸਿਮਰਨਜੋਤ, ਮੇਰਾ ਜਿਹੜਾ ਨਜ਼ਰੀਆ ਤੇ ਕੰਮ ਕਰਨ ਦਾ ਤਰੀਕਾ, ਮੈਨੂੰ ਇਹ ਬਰਦਾਸ਼ਤ ਨਹੀਂ ਕਰ ਸਕਦੇ। ਦੇ ਕੈਨੋਟ ਟੋਲਰੇਟ ਅ ਇੰਡੀਪੈਂਡੈਂਟ ਪਰਸਨ ਲਾਈਕ ਮੀ, ਨੈਵਰ। ਔਰ ਮੈਂ ਬੜੇ ਸਮੇਂ ਸਿਰ ਆਣ ਕੇ ਇਹਨਾਂ ਤੋਂ ਬਾਹਰ ਆ ਗਿਆ ਵਾਂ। ਜੇ ਅੱਜ ਵੀ ਫਰਜ਼ ਕਰੋ 1 ਮਿੰਟ ਲਈ ਹਾਈਪੋਥੈਟਿਕਲੀ ਕਹਾਂ ਮੈਂ ਵਿੱਚ ਹੁੰਦਾ, ਮੈਂ ਬੋਲ ਪੈਣਾ ਸੀਗਾ। ਮੈਂ ਯੂਨੀਫਾਰਮ ਸਿਵਲ ਕੋਡ ਤੇ ਬੋਲ ਪੈਣਾ ਸੀ, ਮੈਂ ਐਨਐਸਏ ਤੇ ਬੋਲ ਪੈਣਾ ਸੀਗਾ। ਪਾਰਟੀ ਦਾ ਆਪਣਾ ਡਿਸਪਲਿਨ ਵੀ ਹੁੰਦਾ ਹੈ ਕੋਈ? ਨਹੀਂ, ਪਾਰਟੀਆਂ ਦਾ ਦੇਖੋ, ਅਸੀਂ ਬੰਦੂ ਨਾ ਹੁੰਦਾ ਤਾਂ ਵਿਪ ਕਿਉਂ ਹੁੰਦੇ ਵਿਧਾਨ ਸਭਾ ਦੇ ਵਿੱਚ? ਨਹੀਂ, ਇਨ ਫੈਕਟ ਅੱਜ ਦੇ ਯੁੱਗ ਵਿੱਚ ਪਾਰਟੀਆਂ ਸਗੋਂ ਡਿਕਟੇਟਰਸ਼ਿਪ, ਤਾਨਾਸ਼ਾਹੀ ਟਾਈਪ ਪੋਲਿਟਿਕਸ ਚਲਾ ਰਹੀਆਂ। ਉਹ ਤਾਂ ਪੂਰੇ ਵਰਲਡ ਦਾ ਟ੍ਰੈਂਡ ਹੈ ਨਾ, ਪੂਰੀ ਦੁਨੀਆ ਉਸੇ ਤਰੀਕੇ ਨਾਲ ਚੱਲ ਰਹੀ ਹੈ। ਦ ਵੈਸਟਰਨ ਵਰਲਡ ਦੇयर ਇਜ਼ ਲੋਟ ਆਫ ਲਿਬਰਟੀ। ਅੱਜ ਇੱਥੇ ਤੁਸੀਂ ਮੈਨੂੰ ਦੱਸੋ ਕਿ ਅਸੀਂ ਇਲੈਕਟ ਹੋ ਕੇ ਆਉਨੇ ਆ, ਅਸੀਂ ਕੋਈ ਬੌਂਡਡ ਲੇਬਰ ਆ? ਇਹਨਾਂ ਦੇ 92 ਬੰਦੇ ਨੈਸ਼ਨਲ ਸਿਕਿਉਰਿਟੀ ਐਨਐਸਏ ਲਾਇਆ, ਉਹਨਾਂ ਨੇ ਸਾਡੇ ਨੌਜਵਾਨ ਚੱਕ ਕੇ ਅਸਾਮ ਦੀਆਂ ਜੇਲ੍ਹਾਂ 'ਚ ਭੇਜਤੇ, ਕੋਈ ਬੋਲਿਆ ਵਾ? ਇੰਨਾ ਵੀ ਨਹੀਂ ਨਾ ਆਪਾਂ ਨੂੰ ਬੰਦੂਆ ਬਣ ਜਾਣਾ ਚਾਹੀਦਾ ਕਿ ਅਸੀਂ ਬੋਲੀਏ ਹੀ ਕੁਛ ਨਾ। ਇੰਨਾ ਲਕੀਰ ਦਾ ਫਕੀਰ ਨਹੀਂ ਹੋ ਸਕਦੇ ਤੁਸੀਂ। ਐਟਲੀਸਟ ਆਈ ਕੈਨੋਟ ਬੀ। ਤਾਂ ਕਰਕੇ ਮੈਂ ਇਹਨਾਂ ਨਾਲ ਰਹਿ ਨਹੀਂ ਸਕਦਾ ਸੀਗਾ। ਔਰ ਕਾਂਗਰਸ ਤੁਹਾਨੂੰ ਲਿਬਰਟੀ ਦਿੰਦੀ ਹੈ? ਤੁਹਾਡੇ ਸਾਹਮਣੇ ਬੈਠਾ ਵਾਂ। ਉਹ ਤਾਂ ਫਿਰ ਇਹ ਇੱਕ ਰੀਜ਼ਨ ਇਹ ਵੀ ਮੰਨਿਆ ਜਾਂਦਾ ਹੈ ਵੀ ਸਿੱਧੂ ਸਾਹਿਬ ਵੀ ਉਦੋਂ ਬੋਲਦੇ ਰਹੇ, ਚੰਨੀ ਸਾਹਿਬ ਅਲੱਗ ਬੋਲਦੇ ਰਹੇ। ਕਾਂਗਰਸ ਦਾ ਕਹਿੰਦੇ ਪਤਨ ਦਾ ਇਹ ਰੀਜ਼ਨ ਹੈ, ਕਾਂਗਰਸ ਡਿਸਪਲਿਨ 'ਚ ਨਹੀਂ ਚੱਲਦੀ। ਮੈਂ ਇੱਕ ਵਾਰੀ ਵੀ ਕਾਂਗਰਸ ਦੀ ਇਨਰ ਪੋਲਿਟਿਕਸ ਦੇ ਉੱਤੇ ਕੋਈ ਬਿਆਨ ਨਹੀਂ ਦਿੱਤਾ। ਤੁਹਾਨੂੰ ਕਦੇ ਉੱਤੋਂ ਟੋਕਿਆ ਨਹੀਂ ਜਾਂਦਾ ਕਿ ਇਸ ਇਸ਼ੂ ਤੇ ਨਹੀਂ ਬੋਲਣਾ ਚਾਹੀਦਾ? ਨਹੀਂ, ਮੈਨੂੰ ਕਿਸੇ ਨੇ, ਮੈਂ ਪਬਲਿਕ ਇਸ਼ੂਜ਼ ਉਠਾ ਰਿਹਾ ਹਾਂ। ਮੈਂ ਕਟਾਰੂ ਚੱਕ ਤੋਂ ਲੈ ਕੇ ਸਰਬਜੀਤ ਮਾਣੂਕੋ ਤੋਂ ਲੈ ਕੇ ਐਨਐਸਏ ਦੇ ਇਸ਼ੂ ਤੋਂ ਲੈ ਕੇ ਮੂੰਗੀ ਮੱਕੀ ਦੇ ਇਸ਼ੂ ਤੋਂ ਲੈ ਕੇ ਭ੍ਰਿਸ਼ਟਾਚਾਰ, ਇਹਨਾਂ ਦੇ ਐਮਐਲਏਜ਼ ਫੜੇ ਜਾਂਦੇ ਨੇ ਨਿੱਤ ਦਿਨ। ਏਸੀ ਮੋਗੇ ਵਾਲੀ ਚੱਕ ਕੇ ਲੈ ਗਈ ਹਸਪਤਾਲ ਦੇ। ਉਹ ਜਿਹੜਾ ਕੰਬੋਜ ਆ ਉੱਥੋਂ ਦਾ ਜਲਾਲਾਬਾਦ ਦਾ, ਉਹਦਾ ਪਿਓ 10 ਲੱਖ ਰੁਪਇਆ ਲੈ ਕੇ ਫੜਿਆ ਗਿਆ। ਦੀਪ ਕੰਬੋਜ ਹਲਕਾ ਇੰਚਾਰਜ ਅਬੋਹਰ ਦਾ, ਉਹ ਬਦਫੈਲੀ ਕਰਦਾ, ਇੱਕ ਔਰਤ ਨਾਲ ਫੜਿਆ ਗਿਆ। ਜੇ ਉਹ ਗੰਗਾਨਗਰ ਪੁਲਿਸ ਸਟੇਸ਼ਨ ਦੇ ਵਿੱਚ ਪਰਚਾ ਦਰਜ ਹੋ ਸਕਦਾ, ਤੇ ਭਗਵੰਤ ਮਾਨ ਕਿਉਂ ਨਹੀਂ ਇੱਥੇ ਪਰਚਾ ਦਰਜ ਹੋਣ ਦਿੰਦਾ? ਸੋ ਇਹਨਾਂ ਦੇ ਐਕਚੁਅਲੀ ਕੀ ਕਿ ਇਹਨਾਂ ਦਾ ਨਾ ਜਿਹੜਾ ਪੋਲੀਟੀਕਲ ਕਲਚਰ ਆ, ਇਹ ਬਹੁਤ ਜ਼ਿਆਦਾ, ਮਤਲਬ ਕਿ ਆਈ ਕੈਨ ਸੇ ਇਟ ਇਜ਼ ਡਿਸਟਰਬਿੰਗ ਫॉर ਪੰਜਾਬ। ਔਰ ਤੁਸੀਂ ਹਲੇ ਵੇਟ ਕਰੋ, ਕੋਈ ਗੱਲ ਨਹੀਂ। ਇਹ ਜਿਹੜੀ ਇਹ ਜੋ ਕੁਝ ਪ੍ਰਚਾਰ ਕਰ ਰਹੇ ਨੇ ਸਾਰਾ, ਇਹ ਬੇਸਿਕਲੀ ਪਬਲਿਸਿਟੀ ਦੀ ਸਰਕਾਰ ਹੈ। ਉਹ ਸਾਨੂੰ ਆਫ ਦਾ ਰਿਕਾਰਡ ਉਹਨਾਂ ਦੇ ਐਮਐਲਏਜ਼ ਕਹਿੰਦੇ ਖਹਿਰਾ ਸਾਹਿਬ ਦੀ ਫਰਸਟ੍ਰੇਸ਼ਨ ਹੈ ਇਹ। ਖਹਿਰਾ ਸਾਹਿਬ ਬੈਠੇ ਫਰਸਟ੍ਰੇਟ ਹੋਈ ਜਾਂਦੇ ਰਹਿੰਦੇ, ਸਾਰਾ ਦਿਨ ਟਵੀਟ ਕਰੀ ਜਾਂਦੇ ਆ ਜਾਂ ਕੁਝ ਨਾ ਕੁਝ ਲਾਈਕ। ਅੱਛਾ, ਇਹ ਦੱਸੋ ਐਂ ਕਰੋ, ਇਹਨਾਂ ਦੇ ਸਭ ਦੇ ਫੇਸਬੁੱਕ ਦੇ ਤੁਸੀਂ ਹੈਂਡਲ ਸਰਚ ਕਰੋ, ਕਿਹਦੀ ਕਿੰਨੀ ਪਹੁੰਚ ਹੈਗੀ ਆ, ਕਿਹਦੀ ਕਿੰਨਾ ਲੋਕ ਰਿਸਪੈਕਟ ਕਰਦੇ। ਮੈਂ ਪ੍ਰਮਾਤਮਾ ਵਾਹਿਗੁਰੂ ਤੋਂ ਡਰ ਕੇ ਕਹਿੰਦਾ, ਹੰਕਾਰ ਨਾ ਸਮਝੋ।
ਸਾਰੀ ਦੁਨੀਆ ਦੇ ਵਿੱਚ ਚੰਦ ਲੀਡਰ ਹੋਣਗੇ ਜਿਹੜੇ ਵਿਦੇਸ਼ਾਂ ਦੇ ਵਿੱਚ ਜਾਂ ਇੱਥੇ ਪੰਜਾਬ ਦੇ ਵਿੱਚ। ਮੈਂ ਕਿਤੇ ਨਿਕਲ ਜਾਵਾਂ ਬਾਜ਼ਾਰ 'ਚ, ਕਿਸੇ ਪਿੰਡ 'ਚ, ਭਾਵੇਂ ਮੈਂ ਆਪਣੀ ਕਈ ਵਾਰੀ ਲੇਕ ਵਗੈਰਾ ਤੇ ਜਾਣਾ ਆਪਣੀ ਐਕਸਰਸਾਈਜ਼ ਕਰਨ ਲਈ, ਮੈਂ ਟੋਪੀ ਪਾ ਕੇ ਜਾਣਾ, ਦੇ ਇਵਨ ਰੈਕਗਨਾਈਜ਼ ਮੀ देयर। ਔਰਤਾਂ, ਬੱਚੇ, ਬਜ਼ੁਰਗ। ਸੋਸ਼ਲ ਮੀਡੀਆ ਦੇ ਟ੍ਰੈਪ 'ਚ ਤਾਂ ਨਹੀਂ ਫਸ Not ਗਏ? trap। ਤੇ ਸਾਰਾ ਦਿਨ ਸੋਸ਼ਲ ਮੀਡੀਆ Not at all। ਮੈਂ ਗਰਾਊਂਡ ਵਰਕਰ ਹਾਂ। ਤੁਹਾਨੂੰ ਲੱਗਦਾ ਕਿ ਉੱਥੇ ਲੋਕ ਵਾਹ ਕਰ ਰਹੇ ਆ, ਜਿੰਦਾਬਾਦ ਆਈ ਕਹਿ ਐਮ ਅ ਰਹੇ ਆ? ਗਰਾਊਂਡ ਵਰਕਰ। ਮੈਂ ਐਡੀ ਪੱਖ ਦੀ ਜਿਹੜੀ ਸਖਤ ਗਰਮੀ ਦੇ ਵਿੱਚ ਜਗਰਾਉਂ ਗਿਆ ਕਿ ਨਹੀਂ ਗਿਆ, ਉਹਦੀ ਕੋਠੀ ਦਾ ਧਰਨਾ ਮਾਰਿਆ ਕਿ ਨਹੀਂ ਮਾਰਿਆ ਇਕੱਲੇ ਨੇ। ਇਹ ਉਹਦਾ ਚਾਬੀਆਂ ਮੋੜਤੀਆਂ ਸੀ, ਉਦੋਂ ਬਾਅਦ ਗਏ ਹੋ ਤੁਸੀਂ? ਨਹੀਂ, ਚਾਬੀਆਂ ਨਾ ਚਾਬੀਆਂ ਉਸ ਡੇਟ ਕਰਕੇ ਮੋੜੀਆਂ ਨੇ। ਅੱਛਾ, ਇਹ ਗੱਲ ਦਾ ਗੁੱਸਾ ਕਿਉਂ ਆਇਆ ਵੀ ਕ੍ਰੈਡਿਟ ਤੁਹਾਨੂੰ ਨਹੀਂ ਮਿਲਿਆ? ਮੈਂ ਤਾਂ ਬਿਲਕੁਲ ਨਹੀਂ ਕਿਹਾ, ਇੱਕ ਵਾਰੀ ਵੀ ਨਹੀਂ ਕਿਹਾ। ਆਈ ਵਾਸ ਨਾਟ ਦ ਵਨ ਜਿਸ ਨੇ ਕਿਹਾ, ਉਹ ਕਿਸੇ ਹੋਰ ਨੇ ਤੁਹਾਡੇ ਸੋਸ਼ਲ ਮੀਡੀਆ ਤੇ ਕਿਹਾ ਹੋਊਗਾ। ਪਹਿਲਾਂ ਮੈਨੂੰ ਤੁਹਾਡੀ ਗੱਲ ਦਾ ਜਵਾਬ ਦੇਣ। ਮੈਂ ਆਪਣੇ ਹਲਕੇ ਦੇ ਵਿੱਚ ਪਿਛਲੇ 25 ਸਾਲ ਤੋਂ ਹਰ ਗਰੀਬ ਦੇ ਦੁੱਖ ਸੁੱਖ ਦੇ ਵਿੱਚ ਸ਼ਮੂਲੀਅਤ ਕਰਦਾ। ਮੈਂ ਪੰਜਾਬ ਦੇ ਜਦੋਂ ਯੂਆਪਾ ਦੀ ਲੜਾਈ ਲੜੀ, ਮੈਂ ਮਾਨਸੇ ਤੋਂ ਤਾਂ ਇਲੈਕਸ਼ਨ ਲੜਨੀ ਨਹੀਂ ਸੀਗੀ। ਮੈਂ ਨਾਲ ਗਿਆ ਤੁਹਾਡੇ, ਯਾਦ ਹੈ ਮੇਰੇ? ਯਾਦ ਆ ਗਿਆ। ਮੈਂ ਕੈਥਲ ਗਿਆ, ਮੈਂ ਕੈਥਲ ਤੋਂ ਇਲੈਕਸ਼ਨ ਲੜਨੀ ਨਹੀਂ ਸੀ। ਇੱਕ ਸੇਰਾ ਪਿੰਡ ਸੀ ਪੰਜਾਬ ਦਾ, ਪਟਿਆਲੇ ਦਾ, ਮੈਂ ਉੱਥੇ ਗਿਆ। ਇੱਕ ਨਵਾਂ ਸ਼ਹਿਰ ਦਾ, ਇੱਕ ਮਜੀਠੇ ਦਾ। ਸੋ ਆਈ ਕੈਨ ਓਨਲੀ ਸੇ ਆਪਣੇ ਬਾਰੇ ਕਿ ਮੈਂ ਇੱਕ ਕੁਛ ਜਦੋਂ ਕ੍ਰਿਟਿਸਾਈਜ਼ ਕਰਨਾ, ਇਹੋ ਜਿਹੀਆਂ ਗੱਲਾਂ ਕਰਨੀ ਕਿ ਵਿਹਲੇ ਬੈਠੇ, ਮੈਂ ਵਿਹਲਾ ਲੱਗਦਾ ਤੁਹਾਨੂੰ? ਮਤਲਬ ਮੈਂ ਫੁੱਲੀ ਆਕਿਊਪਾਈਡ ਹਾਂ, ਆਪਣੀ ਕਨਸਟੀਟੂਐਂਸੀ ਵੀ ਦੇਖਣੀ ਆ ਤੇ ਪੰਜਾਬ ਦੇ ਲੋਕਾਂ ਦੇ ਮੁੱਦੇ ਵੀ ਦੇਖਣੇ। ਔਰ ਜਿੱਥੇ ਮੈਨੂੰ ਤਬਦੀਲੀ ਆਈ ਹੈ ਇੰਨੇ ਸਾਲਾਂ ਤੋਂ, ਮੈਂ ਤੁਹਾਨੂੰ ਜਾਣਦਾ, ਤੁਸੀਂ ਇੰਨੇ ਗਰਮ ਨਹੀਂ ਸੀ ਹੁੰਦੇ। ਉਸ ਦਿਨ ਵਿਧਾਨ ਸਭਾ ਦੇ ਬਾਹਰ ਵੀ ਤੁਸੀਂ ਜਿਵੇਂ ਗਰਮ ਹੋਏ ਹੋ, ਇਹ ਸੁਭਾਅ 'ਚ ਤਬਦੀਲੀ ਨਹੀਂ ਹੈ? ਨਹੀਂ, ਮੈਂ ਤਾਂ ਸਗੋਂ ਅੱਗੇ ਨਾਲੋਂ ਆਈ ਹੈਵ ਰੀਅਲੀ ਲਰਨਡ ਟੂ ਬੀ ਵੈਰੀ ਪੇਸ਼ੈਂਟ। ਹੁਣ ਜਦੋਂ ਤੁਹਾਨੂੰ ਕੋਈ ਆਦਮੀ ਇੰਨਾ ਜ਼ਿਆਦਾ ਇਨਸਟੀਗੇਟ ਕਰ ਰਿਹਾ, ਉਹ ਇਨਸਟੀਗੇਟ ਕਰ ਰਹੇ ਸੀਗੇ। ਹੁਣ ਜਿੱਦਾਂ ਵਿਧਾਨ ਸਭਾ ਦੇ ਵਿੱਚ ਮੈਂ ਇਕੱਲਾ ਉੱਠਦਾ ਵਾਂ, ਉਹ 92 ਜਾਣੇ ਮੇਰੇ ਖਿਲਾਫ ਉੱਠਦੇ ਨੇ। ਹੈਵ ਯੂ ਐਵਰ ਸੀਨ ਮੀ ਲੂਜ਼ਿੰਗ ਪੇਸ਼ੈਂਸ ਦੇਅਰ? ਮੈਂ ਖੜਾ ਉੱਥੇ, ਮੈਂ ਕਿਹਾ ਜਿਵੇਂ ਖੜਾ ਵਾਂ, ਮੈਂ ਜਵਾਬ ਆਪਣਾ ਲੈ ਕੇ ਜਾਣਾ ਵਾਂ। ਅਲਟੀਮੇਟਲੀ ਸਪੀਕਰ ਨੂੰ ਜਵਾਬ ਦੇਣਾ ਪੈਂਦਾ। ਕਿੰਨੇ ਊਲ ਜਲੂਲ ਮੇਰੇ 'ਤੇ ਇਲਜ਼ਾਮ ਲਾਏ। ਧਾਲੀਵਾਲ ਕੀ ਕਹਿੰਦਾ ਸੀ, ਇਹਨਾਂ ਦੇ ਪਿੰਡ 'ਚ ਜੀ ਇਹਨਾਂ ਦੇ 10-12 ਕਿੱਲੇ ਜੀ ਸ਼ਰੀਕੇ ਦੇ ਸ਼ਰੀਕੇ ਕੋ। ਜਦੋਂ ਮੈਂ ਕਿਹਾ ਲਿਆ ਕਰਾ ਇਨਕੁਆਇਰੀ, ਸਪੀਕਰ ਸਾਹਿਬ ਲਾਓ ਕਰਾਓ, ਇਹਨਾਂ ਦੀ ਵੀ ਕਰਾਓ ਤੇ ਮੇਰੀ ਵੀ ਇਨਕੁਆਇਰੀ ਕਰਾਓ। ਸਰਬਜੀਤ ਕੌਰ ਮਾਣੂਕੇ ਨੇ ਕਿਹਾ ਕਿ ਘਰ ਦੇ ਵਿੱਚੋਂ ਗਲੀ ਨਿਕਲਦੀ ਸੀਗੀ, ਉਹਦੇ ਘਰ ਬਣਾ ਲਿਆ ਗਲੀ। ਮੈਂ ਤਾਂ ਅਗਲੇ ਦਿਨ ਹੀ ਮੂਹਰੇ ਆਣ ਕੇ ਪਬਲਿਕ ਡੋਮੇਨ 'ਚ ਕਿਹਾ ਕਿ ਜਿੰਨੇ ਇਲਜ਼ਾਮ ਮੇਰੇ ਤੇ ਲਾਏ ਨੇ। ਆ ਚੰਡੀਗੜ੍ਹ ਵਾਲੀ ਕੋਠੀ ਵੀ ਕਹਿੰਦੇ ਦੱਬੀ ਹੋਈ ਹੈ। ਹੋ ਸਕਦਾ, ਇਜ਼ ਇਟ ਪੋਸੀਬਲ? ਜਿੰਨੇ ਇਲਜ਼ਾਮ ਲਾਏ ਸੀ ਮੈਂ ਤੁਹਾਡੇ ਸਾਹਮਣੇ ਇੱਥੇ ਕਰਦਾ, 100% ਨਕਾਰ ਦਿੰਦਾ। ਪਰ ਫਿਰ ਵੀ ਮੈਂ ਤਿਆਰ ਹਾਂ ਕਿ ਉਹਦੀ CBI ਜਾਂਚ ਕਰਾਓ, ਮੇਰੀ ਵੀ ਕਰਾ ਲਓ, ਮਾਣੂਕੇ ਦੀ ਵੀ ਕਰਾ ਲਓ, ਕਟਾਰੂ ਚੱਕ ਦੀ ਵੀ ਕਰਾ ਲਓ, ਚੰਡੀਗੜ੍ਹ ਵਾਲੀ ਕੋਠੀ ਦੀ ਵੀ ਕਰਾ ਲਓ। 100% ਤੁਸੀਂ ਕਹਿੰਦੇ ਹੋ ਤੁਹਾਡੀ ਹੈ। ਸਰਬਜੀਤ ਕੌਰ ਮਾਣੂਕੇ ਮੇਰੇ ਨਾਲ ਹੀ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਿਮਰਨਜੋਤ ਮੇਰੀ ਪੁਰਾਣੀ 1990 ਦੀ ਕੋਠੀ ਆ, ਮੈਂ ਕਦੀ ਉਹਦੇ 'ਚ ਕਿਰਾਏਦਾਰ ਨਹੀਂ ਸੀਗਾ। ਮੈਂ ਥਰੂ ਦ ਕੋਰਟ ਆਫ ਲਾਅ ਲੈਜਿਟੀਮੇਟ ਮੈਂ ਰਜਿਸਟਰਡ ਓਨਰ ਹਾਂ, ਸਿੰਗਲ ਓਨਰ ਹਾਂ। ਤੁਹਾਨੂੰ ਲੱਗਦਾ ਚੰਡੀਗੜ੍ਹ ਵਰਗੇ ਇੱਕ ਯੂਨਿਟ ਟੈਰੀਟਰੀ ਵਿੱਚ, ਕੈਪੀਟਲ ਵਿੱਚ ਮੈਂ ਕਿਸੇ ਦੀ ਕੋਠੀ ਦੱਬ ਕੇ ਬੈਠ ਸਕਦਾ? ਤਾਂ ਹੀ ਤਾਂ ਕਿਹਾ ਕਰਾਓ ਜਾਂਚ। ਇਹਦੇ ਮੇਰਾ ਸਭ ਕੁਝ ਠੀਕ ਹੋਣ ਦੇ ਬਾਵਜੂਦ ਮੈਂ ਕਹਿ ਰਿਹਾ ਕਿ ਕਰਾਓ ਜਾਂਚ, ਪਰ ਨਾਲ ਫਿਰ ਸਰਬਜੀਤ ਦੀ ਵੀ ਕਰਾ ਲਓ ਤੇ ਨਾਲ ਕਟਾਰੂ ਚੱਕ ਦੀ ਵੀ ਕਰਾ ਲਓ। ਨਸ਼ਿਆਂ ਦੇ ਵਪਾਰੀ ਨਾਲ ਕਿਸੇ ਨਾਲ ਕਹਿੰਦੇ ਸਬੰਧ ਉਦੋਂ ਕਹਿੰਦੇ ਜਗਰਾਉਂ ਦਾ ਹੀ ਬੰਦਾ ਹੈ, ਤਾਂ ਹੀ NDPS ਦਾ ਉਹ ਪਰਚਾ ਹੋਇਆ ਸੀਗਾ। ਝੂਠ ਸੁਪਰੀਮ ਕੋਰਟ ਤੱਕ ਜਾਣਾ ਪਿਆ ਤੁਹਾਨੂੰ ਉਸ ਮੈਟਰ ਦੇ ਵਿੱਚ। ਉਹ ਮਾਮਲਾ ਨਹੀਂਗਾ, ਉਹ ਝੂਠ ਬੋਲ ਗਈ ਤੁਹਾਡੇ ਸਾਹਮਣੇ। ਮੇਰਾ ਕਨੈਕਸ਼ਨ ਜੋੜਿਆ ਸੀਗਾ ਜਦੋਂ ਮੈਂ ਰਾਣੇ ਗੁਰਜੀਤ ਨੂੰ ਲਵਾਇਆ 2017 'ਚ। ਮੈਂ ਲੀਡਰ ਆਫ ਆਪੋਜੀਸ਼ਨ ਸੀਗਾ। ਮੇਰੀ ਕਨਸਟੀਟੂਐਂਸੀ ਦਾ ਬੰਦਾ ਇੱਕ ਗੁਰਦੇਵ ਸਿੰਘ, ਫਾਰਮਰ ਮਾਰਕੀਟ ਕਮੇਟੀ ਦਾ ਚੇਅਰਮੈਨ, ਉਹ ਬੜਿਆ ਗਿਆ ਸੀ ਫਾਜ਼ਿਲਕਾ ਦੇ ਥਾਣੇ 'ਚ ਜਗਰਾਉਂ ਦਾ। ਉਹਨੇ ਤੁਹਾਡੇ ਕੋਲ ਝੂਠ ਬੋਲ ਗਈ, ਇੱਕ ਵਾਰੀ ਦੁਬਾਰਾ ਪੁੱਛੋ ਉਹਨੂੰ ਕਾਲ ਕਰਕੇ ਪੁੱਛੋ ਕਿ ਖਹਿਰਾ ਸਾਹਿਬ ਕਹਿੰਦੇ ਮੇਰਾ ਜੇ ਜਗਰਾਉਂ ਵਾਲੇ ਨਾਲ ਇੰਨਾ ਵੀ ਨਿਕਲਾ ਵਾਸਤਾ, ਇੰਨਾ ਆਈ ਵਿਲ ਕੁਇਟ ਪੋਲੀਟਿਕਸ। ਉਹ ਮਾਮਲਾ ਫਾਜ਼ਿਲਕਾ ਦਾ ਸੀਗਾ, ਉਹਦੇ 'ਚ ਮੈਂ ਲੀਡਰ ਆਫ ਆਪੋਜੀਸ਼ਨ ਸੀ। ਮੈਨੂੰ ਗਵਰਨਮੈਂਟ ਨੇ ਬਕਾਇਦਾ ਤੌਰ ਤੇ ਕੋਰਟ 'ਚ ਸਮਨ ਕਰਾਇਆ ਸੀਗਾ। ਤੁਸੀਂ ਐਡੀ ਵੱਡੀ ਗੱਲ ਕਹਿ ਰਹੇ ਹੋ ਵੀ ਕੋਰਟ ਪਲੇਨ ਕਰ ਲੈਣ ਦੋ ਨਾ ਇੱਕ ਮਿੰਟ। ਹਾਂ, ਉਹ ਮੈਨੂੰ ਜਦੋਂ ਕੋਰਟ 'ਚੋਂ ਸਮਨ ਕਰਾਇਆ, ਮੈਨੂੰ ਸੁਪਰੀਮ ਕੋਰਟ ਨੇ ਸਟੇ ਦੇ ਦਿੱਤਾ। 2017 ਦਾ ਸਟੇ ਦਿੱਤਾ। ਉਹਦੀ ਫਾਈਨਲ ਆਰਗੂਮੈਂਟ ਹੁਣ ਹੋਈ ਦਸੰਬਰ 'ਚ, ਤੇ ਉਹ ਦਸੰਬਰ 'ਚ ਸੁਪਰੀਮ ਕੋਰਟ ਆਫ ਇੰਡੀਆ ਨੇ ਉਹ ਸਾਰੇ ਸਮਨਿੰਗ ਗੈਰ ਕਾਨੂੰਨੀ ਕਹਿ ਕੇ ਕੁਆਸ਼ ਕਰ ਦਿੱਤੀ ਆ। ਉਹ ਖਤਮ ਹੋ ਗਿਆ ਮਾਮਲਾ ਸਾਰਾ। ਫਿਰ ਵੀ ਕਹੀ ਜਾਂਦੇ ਨੇ ਕਿ ਨਸ਼ੇ ਦੇ ਤਸਕਰ ਔਰ ਜਗਰਾਉਂ ਵਾਲਾ ਪਤਾ ਨਹੀਂ ਕਿਹੜਾ FIR ਕੋਰਟ ਕਰਦੀ। ਆਈ ਹੈਵ ਨਥਿੰਗ ਟੂ ਡੂ। ਤੁਸੀਂ ਇਹ ਗੱਲ ਕਹਿੰਦੇ ਹੋ ਕਿ ਲੋਕ ਇਸ ਗੱਲ 'ਚ ਤਾਂ ਬਿਲੀਵ ਕਰਨ ਕਿ ਸੁਖਪਾਲ ਖਹਿਰਾ ਨੇ ਨਾ ਕੋਠੀ ਦੱਬੀ ਹੈ, ਨਾ ਕੋਈ ਪਿੰਡ ਵਾਲੀ ਜ਼ਮੀਨ ਦਾ ਰੌਲਾ ਹੈ, ਨਾ ਕੋਈ ਕਿਸੇ ਨਸ਼ੇ ਨਾਲ ਸੰਬੰਧ ਹੈ ਤਸਕਰ ਨਾਲ, ਪਰ ਤੁਸੀਂ ਇਹ ਚਾਹੁੰਦੇ ਹੋ ਕਿ ਲੋਕ ਬਿਲੀਵ ਕਰਨ ਕਿ ਤੁਸੀਂ ਜਦੋਂ ਕਹਿੰਦੇ ਹੋ ਕਿ ਮੋਗੇ ਵਾਲੀ MLA 3 AC ਘਰੇ ਲੈ ਗਈ, AC ਕੌਣ ਘਰੇ ਲੈ ਕੇ ਜਾਂਦਾ? ਇਹ ਤਾਂ ਤੁਸੀਂ ਚਾਹੁੰਦੇ ਹੋ ਕਿ ਇਹ ਬਿਲੀਵ ਕੀਤਾ ਜਾਵੇ? ਨਹੀਂ, ਮੈਂ ਥੋੜ੍ਹਾ ਬਿਲੀਵ ਕਰਨਾ ਵਾ। ਸਾਰੀਆਂ ਜਥੇਬੰਦੀਆਂ ਉੱਥੇ ਧਰਨਿਆਂ ਤੇ ਬਾਹਰ ਬੈਠੀਆਂ ਹੋਈਆਂ ਨੇ। ਜਿਹੜੇ ਮੈਡੀਕਲ ਜਿਹੜਾ SMO ਹੈ, ਉਹਦਾ ਕੋਈ ਸਟਾਫ ਦਾ ਮੈਂਬਰ ਅੰਦਰ ਕੋਈ ਮਹਿੰਦਰਪਾਲ ਆ ਲੂੰਬਾ, ਉਹਨਾਂ ਦੇ ਵਿੱਚ ਰਹਿੰਦਾ ਜਿਹੜਾ ਹੈਲਥ ਡਿਪਾਰਟਮੈਂਟ ਦਾ, ਉਹ ਪਬਲਿਕ ਡੋਮੇਨ ਜਾਣ ਕੇ ਕਹਿ ਰਿਹਾ ਵਾ। ਉਹ ਤੋਂ ਬਾਅਦ ਇਹਨਾਂ ਨੇ SIT ਬਣਾਤੀ। ਵਾਟ ਇਜ਼ SIT?
ਕਟਾਰੂ ਚੱਕ ਦੀ ਐਸਆਈਟੀ ਦੀ ਕਿ ਬਣਿਆ ਜ਼ਰਾ ਦੱਸੋ ਮੈਨੂੰ ਜ਼ਰਾ ਚੰਗਾ। ਭਗਵੰਤ ਮਾਨ ਆਪ ਮੈਂ ਸੁਣਿਆ ਕਹਿੰਦਾ ਜਦੋਂ ਆਪੋਜੀਸ਼ਨ ਸੀ ਕਹਿੰਦਾ ਇਹ ਸਿੱਟਾਂ ਕੀ ਹੁੰਦੀਆਂ ਨੇ ਤਾਂ ਬੇਸ ਸਿੱਟਾਂ ਹੁੰਦੀਆਂ ਨੇ। ਇਹਨੇ ਸਾਬਤ ਕਰਕੇ ਦਿਖਾਤਾ ਵਾ। ਇਹ ਕਲੀਨ ਚਿੱਟ ਮੋਗੇ ਵਾਲੀ ਕੋ ਪ੍ਰਕਿਉਰ ਕਰਾਈ ਗਈ ਆ। ਉਹਨੇ 100% ਆਪਣੀ ਕੋਠੀ ਚੋਂ ਹੈਲਥ ਡਿਪਾਰਟਮੈਂਟ ਲੱਗਦਾ ਉਹ ਏਸੀ ਦੁਬਾਰਾ ਲਾਏਗੇ ਤੇ ਫਿਰ ਵਾਪਸ ਉੱਤੇ ਹਸਪੀਟਲ ਚ ਲਾਤੇ। ਯੈਸ ਕਰਾ ਦਿੰਦੇ ਸਭ ਕੁਝ। ਕਟਾਰੂ ਚੱਕ ਤੇ ਕੀ ਹੋਇਆ ਦੱਸੋ ਮੈਨੂੰ ਸਮਝਾਓ। ਜਿਹੜਾ ਮੁੰਡੇ ਦਾ ਸ਼ੋਸ਼ਣ ਹੋਇਆ, ਜਿਹੜੀ ਵੀਡੀਓਜ਼ ਗਵਰਨਰ ਨੇ, ਪਰ ਉਹ ਮੁੰਡਾ ਹੀ ਵਾਪਸ ਲੈ ਗਿਆ ਨਾ, ਕੰਪਲੇਂਟ ਉਹਨੇ ਨਾ ਵਾਪਸ ਨਾ ਲੈ ਨਾ ਲਈ। ਨਾ ਨਾ ਕ੍ਰਾਈਮ ਇਜ਼ ਆਲਵੇਜ਼ ਅਗੇਂਸਟ ਦ ਸਟੇਟ। ਇਹੀ ਗਲਤਫਹਿਮੀ ਆ ਜਿਹੜਾ ਮੈਂ ਕਹਿੰਦਾ ਪੜ੍ਹੇ ਲਿਖੇ ਆਈਪੀਐਸ ਅਫਸਰ ਜਿਹੜੇ ਐਸਆਈਟੀ ਵਾਲੇ ਗਲਤ ਦੇ ਰਹੇ ਨੇ। ਕੋਈ ਵੀ ਜਦੋਂ ਕ੍ਰਾਈਮ ਕਮਿਟ ਹੁੰਦਾ ਤੁਸੀਂ ਦੇਖੋਗੇ ਅਦਾਲਤਾਂ 'ਚ ਆਵਾਜ਼ ਕੀ ਪੈਂਦੀ ਆ, ਕਟਾਰੂ ਚੱਕ ਬਨਾਮ ਸਟੇਟ। ਮੁੰਡਾ ਭਾਵੇਂ 100 ਹੀ ਵਾਪਸ ਲੈ ਲੇ, ਕੱਲ ਸਾਡੀ ਸਰਕਾਰ ਬਣੂਗੀ ਅਸੀਂ ਲੈ ਆਵਾਂਗੇ ਖਿੱਚ ਕੇ। ਹੀ ਹੈਵ ਟੂ ਫੇਸ। ਤੁਸੀਂ ਵੀ ਉਹੀ ਕਰੋਗੇ ਜੇ ਕੱਲ ਨੂੰ ਸਰਕਾਰ ਬਣੇ। ਹਾਂ, ਜਿੱਥੇ ਤੁਸੀਂ ਇਹ ਦੋਸ਼ ਲਾ ਰਹੇ ਹੋ ਵੀ ਹੁਣ ਇਹ ਸਾਰਾ ਕੁਝ ਵਰਤਿਆ ਜਾ ਰਿਹਾ ਵਿਜੀਲੈਂਸ। ਸਮਝੇ ਨਹੀਂ ਤੁਸੀਂ। ਨਾ 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 ਜਿਹੜੇ ਜਿੱਥੇ ਬੇਇਨਸਾਫੀ ਹੋਈ ਆ, ਹਲੇ ਸਰਬਜੀਤ ਕੌਰ ਮਾਣੂਕੇ ਦੇ ਉੱਤੇ ਪਰਚਾ ਦਰਜ ਨਹੀਂ ਹੋਇਆ। ਜਿਹੜੀ ਉਸ ਫੋਰਜਰੀ ਹੋਈ ਆ, ਜਿਹੜੇ ਡਾਕੂਮੈਂਟਸ ਗਲਤ ਕ੍ਰੀਏਟ ਕੀਤੇ ਗਏ, ਜਿਹੜੀ ਰਜਿਸਟਰੀ ਝੂਠੀ ਹੋਈ, ਜਿਹੜੀ ਰਜਿਸਟਰੀ ਦੇ ਬਣਾ ਤੇ ਉਹਨੂੰ ਅੰਦਰ ਕੋਠੀ ਦੇ ਵਾੜਿਆ ਗਿਆ ਤੇ ਕੋਠੀ ਦੇ ਅੰਦਰ ਵਾੜ ਕੇ ਗਨਮੈਨਾਂ ਦੇ ਕਮਰੇ ਬਣਾਤੇ, ਦਫ਼ਤਰ ਨੂੰ ਠੀਕ ਕਰਤਾ, ਬਾਥਰੂਮ ਤੋੜ ਦਿੱਤੇ। ਇਟ ਕਾਲਸ ਫॉर ਕ੍ਰਿਮੀਨਲ ਆਫੈਂਸ। ਆਈ ਐਮ ਓਨਲੀ ਸੇਇੰਗ, ਮੈਂ ਬਦਲਾਖੋਰੀ ਨਹੀਂ ਕਹਿ ਰਿਹਾ। ਜਿਹੜੇ ਕੰਮ ਇਹ ਅਧੂਰੇ ਛੱਡ ਕੇ ਜਾਣਗੇ, ਆਪਣੇ ਬੰਦਿਆਂ ਨੂੰ ਬਚਾਉਣਗੇ, ਉਹ ਨੈਕਸਟ ਗਵਰਨਮੈਂਟ ਕਰ ਦੂਗੀ। ਆਈ ਐਮ ਨਾਟ ਸੇਇੰਗ ਮੈਂ ਕਰੂੰਗਾ। ਗਵਰਨਮੈਂਟ ਇਜ਼ ਕੰਪੀਟੈਂਟ। ਹੁਣ ਜਿਹੜਾ ਦੂਜਾ ਤੁਸੀਂ ਕਹਿ ਰਹੇ ਹੋ ਉਹਦਾ ਸੁਣੋ, ਕਿੱਡਾ ਬੇਤੁਕੀ ਦਿੱਤੀ ਦਲੀਲ ਕਟਾਰੂ ਚੱਕ ਦੀ। ਐਸਆਈਟੀ ਕਹਿੰਦੀ ਜੀ ਕਿਉਂਕਿ ਮਿਨਿਸਟਰ ਵੀ ਐਸਸੀ ਆ ਤੇ ਮੁੰਡਾ ਵੀ ਐਸਸੀ ਆ, ਇਸ ਕਰਕੇ ਅਸੀਂ ਇਹਦੇ ਖਿਲਾਫ ਕੋਈ ਐਕਸ਼ਨ ਬਣਦਾ ਨਹੀਂ। ਕਿਉਂ? ਇਹਦਾ ਮਤਲਬ ਤੁਸੀਂ ਵੱਡੇ ਤਾਕਤਵਰ ਮੰਤਰੀਆਂ ਐਸਸੀਆਂ ਨੂੰ ਦੇ ਰਹੇ ਆ ਕਿ ਜਿੱਦਾਂ ਮਰਜ਼ੀ ਜਾ ਕੇ ਬਦਫੈਲੀ ਕਰ ਲਓ। ਇਜ਼ ਦੈਟ ਪਰਮਿਸਿਬਲ? ਔਰ ਇੱਕ ਦੀ ਕੋਈ ਹੋਰ ਦਲੀਲ ਦਿੱਤੀ ਕਿ ਜੋ ਉਹ ਸੀਗਾ, ਹੁਣ ਮੈਨੂੰ ਯਾਦ ਨਹੀਂ ਹੈਗਾ। ਪਹਿਲੀ ਗੱਲ ਤਾਂ ਇਹੀ ਦਲੀਲ ਕਾਫੀ ਨਹੀਂ ਕਿ ਉਹਨੇ ਕੰਪਲੇਂਟ ਵਾਪਸ ਲੈ ਲਈ ਹੈ। ਕੀ ਕੰਪਲੇਂਟ ਲੈ ਉਹਨੇ 45 ਦਿਨ ਐਸਆਈਟੀ ਬਣੀ ਰਹੀ। 45 ਦਿਨ ਬਾਅਦ ਇਹਨਾਂ ਨੇ ਮੁੰਡਾ ਐਸਆਈਟੀ ਬਣਾਈ ਸੀ ਮੁੰਡਾ ਲੱਭਣ ਵਾਸਤੇ। ਮੁੰਡਾ ਲੱਭ ਲਿਆ। ਕੀ 45 ਦਿਨਾਂ 'ਚ ਐਸਆਈਟੀ ਨੇ ਕਟਾਰੂ ਚੱਕ ਨੂੰ ਬੁਲਾਇਆ, ਉਹਨੂੰ ਵੀਡੀਓਜ਼ ਕਨਫਰੰਟ ਕੀਤੀਆਂ ਕਿ ਤੇਰੀ ਵੀਡੀਓ ਆ ਜਿਹੜੀ ਗਵਰਨਰ ਸਾਹਿਬ ਨੇ ਭੇਜੀ ਆ, ਉਹਦਾ ਬਿਆਨ ਰਿਕਾਰਡ ਕੀਤਾ, ਉਹਨੂੰ ਇਨਵੈਸਟੀਗੇਟ ਕੀਤਾ, ਉਹਦੀ ਇੰਟਰੋਗੇਸ਼ਨ ਕੀਤੀ? ਨੋ। ਸੋ ਦੈਟ ਆਲ ਸ਼ੋਜ਼ ਕਿ ਇਹ ਪੱਖਪਾਤੀ ਕਾਰਵਾਈ ਕਰ ਰਹੇ ਨੇ। ਤੇ ਤੁਸੀਂ ਮੈਨੂੰ ਦੱਸੋ, ਤੁਸੀਂ ਮੇਰੇ ਤੇ ਕਹਿ ਰਹੇ ਹੋ ਕਿ ਆ ਫਲਾਨੀ ਸਰਬਜੀਤ ਕੌਰ, ਉਹਨੂੰ ਕਹ ਤੇਰੀ ਸਰਕਾਰ ਹੈ, ਕਰਾ ਜਾਂਚ ਜਿਹੜੀ ਕਰਾਉਣੀ ਆ, ਮੈਂ ਰੋਕਦਾ ਉਹਨਾਂ ਨੂੰ। ਤੇ ਜੇ ਮੇਰੇ 'ਚ ਕਸੂਰ ਹੁੰਦਾ ਇਹਨਾਂ ਨੇ ਛੱਡਣਾ ਸੀ ਮੈਨੂੰ? ਮੇਰਾ ਤਾਂ 51 ਸਾਲ ਦਾ ਪੁਰਾਣਾ ਰਿਕਾਰਡ ਕੱਢਿਆ ਇਹਨਾਂ ਨੇ, ਜਿਹੜਾ FIR, ਤੁਹਾਨੂੰ ਪਤਾ ਮੇਰੇ ਤੇ 2 FIR ਤਾਜ਼ੀਆਂ ਦਰਜ ਕੀਤੀਆਂ। ਜਿੱਦਣ ਮੈਂ ਮਿਲਿਆ ਗਵਰਨਰ ਨੂੰ, 1 ਮਈ ਸੀ, 2 ਮਈ ਨੂੰ SDM ਕੋ ਸ਼ਿਕਾਇਤ ਕਰਾਤੀ ਮੇਰੇ ਖਿਲਾਫ ਕਿ ਜੀ ਮੈਨੂੰ ਧਮਕਾਉਂਦਾ ਵਾ। ਪ੍ਰੂਫ ਕੋਈ ਨਹੀਂ ਗਾ। ਪ੍ਰੂਫ ਉਲਟਾ ਮੇਰੇ ਕੋਲ ਆ, ਜਿੱਥੇ SDM ਮੇਰੇ ਧਰਨੇ 'ਚ ਆਣ ਕੇ ਮੇਰੀ ਤਾਰੀਫ ਕਰ ਰਿਹਾ ਵਾ। ਉਸੇ ਧਰਨੇ ਦਾ ਬਹਾਨਾ ਬਣਾ ਕੇ SDM ਤੋਂ ਪਰਚਾ ਦਰਜ ਕਰਾਤਾ। ਠੀਕ ਹੈ। ਜਦੋਂ ਮੈਂ ਕਟਾਰੂ ਚੱਕ ਦੀ ਅੱਗੇ ਲੜਾਈ ਵਧਾਈ ਤੇ ਮੈਨੂੰ ਉਹਦੇ 'ਚ ਮਿਲ ਗਈ ਐਂਟੀਸਿਪੇਟਰੀ ਬੇਲ ਪਹਿਲੇ ਕੇਸ 'ਚ। ਇਹਨਾਂ ਨੇ 51 ਸਾਲ ਪੁਰਾਣਾ ਰਿਕਾਰਡ ਕੱਢਿਆ ਮੇਰੇ ਪਰਿਵਾਰ ਦਾ। ਵੈਨ ਆਈ ਵਾਜ਼ ਓਨਲੀ ਮੈਂ 5-6 ਸਾਲ ਦਾ ਸੀਗਾ, 1972 ਦਾ ਰਿਕਾਰਡ ਕੱਢ ਕੇ FIR ਦਰਜ ਕਰਕੇ ਮੇਰੀ ਵਾਈਫ ਦਾ ਨਾਮ, ਮੇਰੇ ਸਵਰਗਵਾਸੀ ਪਿਤਾ ਸਰਦਾਰ ਸੁਖਜਿੰਦਰ ਸਿੰਘ ਦਾ ਨਾਮ ਉਹਦੇ ਵਿੱਚ ਦਰਜ ਕਰ ਦਿੱਤਾ ਵਾ। ਤੁਹਾਡਾ ਖਿਆਲ ਹੈ ਜਿਹੜੇ ਬੰਦੇ 51 ਸਾਲ ਤੋਂ ਪਿੱਛੇ ਗਏ ਨੇ, ਉਹਨਾਂ ਨੇ ਜੇ ਮੈਂ ਕੋਈ ਕੋਠੀ ਦੱਬੀ ਹੁੰਦੀ ਤੇ ਮੈਂ ਕੋਈ ਆਹ ਕੀਤਾ ਹੁੰਦਾ ਤਾਂ ਮੈਨੂੰ ਛੱਡਣਾ ਸੀ ਕਦੀ ਇਹਨਾਂ ਨੇ? ਨੈਵਰ। ਐਂਡ ਆਈ ਐਮ ਪ੍ਰੀਪੇਅਰਡ ਟੂ ਫਾਈਟ ਇਟ ਆਊਟ। ਔਰ ਉਹ ਜਿਹੜਾ ਹੈਗਾ 51 ਸਾਲ ਵਾਲਾ, ਕਿਤੋਂ ਸ਼ਿਕਾਇਤ ਲਈ ਸੁਣੋ ਕਿੱਡੀ ਹਾਸੋਹੀਣੀ ਗੱਲ ਹੈ। ਜਿਹੜਾ ਬੰਦਾ ਮੇਰੇ ਖਿਲਾਫ ਇਲੈਕਸ਼ਨ ਲੜਦਾ, ਜਿਹਦੀ ਜ਼ਮਾਨਤ ਜ਼ਬਤ ਹੋਈ ਆ, ਇੰਤਕਾਲ ਕਹਿ ਰਹੇ ਨੇ ਤੁਸੀਂ ਤਬਾਦਲਾ ਗਲਤ ਕਰਾਇਆ। ਜਿਹਦੇ ਨਾਲ ਤਬਾਦਲਾ ਹੋਇਆ ਮੇਰੀ ਸੱਕੀ ਭੈਣ ਹੈ, ਮੇਰੇ ਦਾਦੀ ਜੀ ਨੇ, ਉਹਨਾਂ ਨੇ ਸ਼ਿਕਾਇਤ ਨਹੀਂ ਕੀਤੀ। ਸ਼ਿਕਾਇਤ ਲੈ ਰਹੇ ਨੇ ਜਿਹੜਾ ਬੰਦੇ ਦੀ ਜ਼ਮਾਨਤ ਜ਼ਬਤ ਹੋਈ ਆ। ਇਹਦੇ ਨਾਲੋਂ ਜ਼ਿਆਦਾ ਗ੍ਰੋਸ ਇਨਜਸਟਿਸ, ਇਹਦੇ ਨਾਲੋਂ ਜ਼ਿਆਦਾ ਗ੍ਰੋਸ ਵਿਕਟਮ ਹੈ। ਮੇਰਾ ਤਾਂ ਬਹੁਤ ਪਰਫੈਕਟ ਕੇਸ ਆ। ਅਗਰ ਮੈਂ ਦੁਨੀਆ ਨੂੰ ਸਾਰੀ ਡਿਟੇਲ ਐਕਸਪਲੇਨ ਕਰਾਂ, ਇਹਨਾਂ ਕੋਈ ਜਵਾਬ ਹੀ ਕੋਈ ਨਹੀਂਗਾ। ਖਹਿਰਾ ਸਾਹਿਬ ਬਹੁਤ ਧੰਨਵਾਦ, ਤੁਸੀਂ ਬਹੁਤ ਡਿਟੇਲ ਦੇ ਵਿੱਚ ਸਾਡੇ ਨਾਲ ਗੱਲਾਂ ਬਾਤਾਂ ਕੀਤੀਆਂ। ਤੁਹਾਡੀ ਨਾਰਾਜ਼ਗੀ ਆ, ਅਸੀਂ ਉਮੀਦ ਕਰਦੇ ਹਾਂ ਮੀਡੀਆ ਤੋਂ ਜਲਦ ਦੂਰ ਹੋ ਜੂਗੀ। ਨਹੀਂ, ਮੀਡੀਆ ਮੇਰਾ ਸਾਡੇ ਸਤਿਕਾਰਯੋਗ ਭਰਾ ਨੇ। ਮੈਂ ਫਿਰ ਇੱਥੇ ਕਲੈਰੀਫਾਈ ਕਰਨਾ, ਮੇਰੀ ਇੱਕ ਪ੍ਰਿੰਸੀਪਲਡ ਫਾਈਟ ਆ। ਮੇਰੀ ਫਾਈਟ ਕਿਸੇ ਐਂਕਰ ਨਾਲ ਨਹੀਂ। ਉਹ ਤਾਂ ਵਿਚਾਰੇ ਉਹਨਾਂ ਦੇ ਜੋ ਰੰਧਾਵਾ ਸਾਹਿਬ ਨੇ ਕਾਰ ਦੇ ਵਿੱਚ ਜੋ ਐਪੀਸੋਡ ਹੋਇਆ, ਤੁਹਾਨੂੰ ਨਹੀਂ ਲੱਗਦਾ ਨਹੀਂ ਹੋਣਾ ਚਾਹੀਦਾ ਸੀ? ਚਲੋ ਉਹ ਮੈਂ ਦੇਖੋ ਗੱਲ ਆ ਕਿ ਇਹ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਸੁਖਜਿੰਦਰ ਰੰਧਾਵੇ ਨੇ ਉਹਦੇ ਨਾਲ ਥੋੜੀ ਹਾਰਸ਼ਲੀ ਬੋਲਿਆ, ਇਹੀ ਕਹਿਣਾ ਚਾਹੁੰਦੇ ਨਾ? ਇਹਦੇ ਬਾਵਜੂਦ ਵਰਲਡ ਵਾਈਡ ਸਿੰਪਥੀ ਸੁਖਜਿੰਦਰ ਰੰਧਾਵੇ ਦੇ ਨਾਲ ਹੈ। ਕਿਉਂ? ਕਿਉਂਕਿ ਮੁੱਦਾ ਬਿਕਾਊ ਮੀਡੀਆ ਦਾ ਲੋਕਾਂ ਦੀ ਕਚਹਿਰੀ ਤੱਕ ਪਹੁੰਚ ਚੁੱਕਿਆ ਵਾ। ਪੱਤਰਕਾਰ ਜਿਹੜੇ ਜੌਬ ਕਰਦੇ ਆ, ਉਹਨਾਂ ਨਾਲ ਤਾਂ ਲੜਾਈ ਨਹੀਂ ਮੇਰੀ। ਫਿਰ ਮੈਂ ਕਲੈਰੀਫਾਈ ਕਰਨਾ, ਆਈ ਹੈਵ ਨਥਿੰਗ ਟੂ ਡੂ ਅਗੇਂਸਟ them। ਮੇਰੀ ਲੜਾਈ ਹੈਗੀ ਹੈ ਵਿਦ ਦ ਮੀਡੀਆ ਹਾਊਸਿਸ ਦੈਟ ਆਰ ਕੰਪਲੀਟਲੀ ਸੋਲਡ ਆਊਟ। ਇਹ ਉਹਨਾਂ ਦਾ ਕੰਮ ਨਹੀਂਗਾ। ਉਹਨਾਂ ਦਾ ਕੰਮ ਹੈ ਸਰਕਾਰ ਨੂੰ ਅਕਾਊਂਟੇਬਲ ਹੋਲਡ ਕਰਨਾ, ਔਰ ਸਿਰਫ ਪੈਸੇ ਦੇ ਕਰਕੇ ਜਰਨਲਿਜ਼ਮ ਨੂੰ ਵੇਚ ਦੇਣਾ, ਇਟ ਇਜ਼ ਅਨਕਾਲਡ ਫॉर। ਬਹੁਤ ਸ਼ੁਕਰੀਆ। ਸੁਖਪਾਲ ਸਿੰਘ ਖਹਿਰਾ ਸਾਹਿਬ ਨੇ ਬਹੁਤ ਡਿਟੇਲ ਦੇ ਵਿੱਚ ਸਾਡੇ ਨਾਲ ਗੱਲਬਾਤ ਕੀਤੀ। ਧੰਨਵਾਦ।